श्री वाहे गुरु साहिब वाहे गुरु जी वाहे गुरु तेरे कवन कवन गुण कह कह गावा तू साहिब गुणी निदाना तुम्हारी महिमा बरन न सकूं तुम्हारी महिमा बरन न सकूं तू ठाकुर ऊंच भगवाना तू ठाकुर उच्च भगवाना तुम्हारी शरण तुम्हारी आशा तुम ही सजन सोहेले राखो राख हर दयाला नानक करके गोले नानक करके गोले ऊंचे अपार बेअंत स्वामी कौन जाने गुण तेरे गावते उतरे सुनते उतरे मिन से पाप कनेरे हम संतन की देन प्यारे हम संतन की सरना संत हमारी ओट सतानी संत हमारा गहना दंडौत बंदनी अनेक बार सर्व कला समरथ डोलन तेरा खो प्रभु नानक दे कर हाथ तान दीवान तू है मेरे स्वामी मैं तुझे आगे अरदास मैं होर था नाई जिस पे करो बेनंतिया मेरा दुख सुख तुझ ही पास गुरु नानक एक ओंकार सतनाम करता पुरख निर्भव मूर्ति युनि सैभंग और प्रसाद आल सच जुगाल हैप्पी सच नानक एक ओंकार सतनाम करता पुरख निर्भव अकाल मूर्ति अयुनी और प्रसाद जप आद सच जुगाद हैप्पी सच नानक सच एक ओंकार सतनाम
ਨਿਰਭਉ ਨਿਰਵੈਰਿਅਮ ਆਯੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਹੈਪੀ ਸਚ ਨਾਨਕ ਹੋਸੀ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰਿਅਮ ਤੇ ਅਯੁਨੀ ਸੈਭੰ ਗੁਰ ਪ੍ਰਸਾਦ ਆਦ ਸਚ ਜੁਗਾਦ ਨਾਨਕ ਹੋਸੀ ਵੀ ਸਚ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨਸਾਰ ਬਿਨਾ ਨਾਮ ਤੋਂ ਸਿਮਰਨ ਤੋਂ ਕੋਈ ਚੀਜ਼ ਨਾਲ ਨਹੀਂ ਜਾਣੀ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨਸਾਰ ਹਰੀ ਦਾ ਨਾਮ ਕਮਾਓ ਗੁਰੂ ਸਾਹਿਬ ਨੇ ਵੱਖਰੀ ਵੱਖਰੀ ਜੁਗਤ ਦਿੱਤੀ ਏ ਆ ਪੱਖੇ ਉੱਪਰਲੇ ਚਲਾ ਦਿਓ ਆ ਬੰਦ ਕਰ ਦਿਓ ਜਿਨ੍ਹਾਂ ਦੀ ਆਵਾਜ਼ ਆਉਂਦੀ ਬਸ ਠੀਕ ਛੱਤ ਵਾਲੇ ਪੱਖੇ ਚਲਾ ਦਿਓ ਜਿਨ੍ਹਾਂ ਦੀ ਆਵਾਜ਼ ਨਹੀਂ ਆਉਂਦੀ ਚੱਲਦੇ ਰਹਿਣ ਦਿਓ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਬਿਨਾ ਭਜਨ ਤੋਂ ਸਿਮਰਨ ਤੋਂ ਨਾਲ ਨਹੀਂ ਕੋਈ ਜਾਣਾ ਪੜ੍ਹੋ ਜੀ ਅੱਗੇ ਸੰਤ ਜਨਾਂ ਮਿਲ ਕਰੋ ਵਿਚਾਰ ਮਿਲ ਕਰ ਹੋ ਵਿਚਾਰ ਮਹਾਂਪੁਰਸ਼ਾਂ ਦੇ ਸੰਤਾਂ ਦੇ ਨਾਲ ਮਿਲ ਕੇ ਵਿਚਾਰ ਕਰੋ ਵੀ ਕਿਹੜੀ ਵਸਤੂ ਸਾਡੇ ਨਾਲ ਨਿਭੇਗੀ ਕਿਹੜੀ ਵਸਤੂ ਨੇ ਨਹੀਂ ਨਿਭਣਾ ਕਿਹੜੀ ਸਾਡੇ ਕੰਮ ਆਏਗੀ ਕਿਹੜੀ ਵਸਤੂ ਕੰਮ ਨਹੀਂ ਆਉਣੀ ਗੁਰੂ ਦੀ ਮਿਹਰ ਬਖਸ਼ਿਸ਼ ਕੰਮ ਆਏਗੀ ਦੁਨੀਆ ਦਾ ਧਨ ਦੁਨੀਆ ਦੀਆਂ ਵਡਿਆਈਆਂ ਦੁਨੀਆ ਦੀ ਸੋਭਾ ਇਹ ਕਿਤੇ ਵੀ ਨਹੀਂ ਕੰਮ ਆਉਂਦੀਆਂ ਕੰਮ ਗੁਰੂ ਦੀ ਮਿਹਰ ਆਉਂਦੀ ਹੈ ਗੁਰੂ ਦੀ ਬਖਸ਼ਿਸ਼ ਸੰਤ ਜਨਾ ਮਿਲ ਕਰੋ ਵਿਚਾਰ ਸੰਤਾਂ ਨਾਲ ਮਿਲ ਕੇ ਵਿਚਾਰ ਕਰੋ ਹਾਂਜੀ ਏਕ ਸਿਮਰ ਨਾਮ ਆਧਾਰ ਇੱਕੋ ਪ੍ਰਮਾਤਮਾ ਨੂੰ ਸਿਮਰੋ ਤੇ ਆਪਦੀ ਜ਼ਿੰਦਗੀ ਦਾ ਆਧਾਰ ਬਣਾ ਲਾ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਾ संत जना मिल करो विचार हम संतन की रेन प्यारे हम संतन की शरणा संत हमारी ओट सतानी संत हमारा गहना इनू जीवन का आधार बनाओ जीवन का अपने जीवन का आधार बनाओ कि नाम जपना है संतां नाल मिल के विचार करनी है कि साडे हर थां ते कम आउण वाली वस्तु परमेश्वर का नाम है इक्को नाम ही है गहना जिंदे नी साधु तेरी जिंदगी दा गहना जिंदे साधु तेरी जिंदड़ी दा गहना जिंदे साधु तेरी जिंदड़ी दा जिंदे साधु तेरी जिंदगी दा साधु तेरी जिंदगी दा गहना जिंदे साधु तेरी जिंदड़ी दा गहना जिंदे
ਸੰਤਾਂ ਨਾਲ ਮਿਲ ਕੇ ਵਿਚਾਰ ਕਰੋ। ਏਕ ਸਿਮਰਨ ਨਾਮ ਧਾਰ, ਇੱਕੋ ਹੀ ਸਿਮਰਨ। ਮਾਂ ਬਾਪ ਨੇ ਇੱਕ ਬੱਚੀ ਦਾ ਵਿਆਹ ਕੀਤਾ, ਬਹੁਤ ਧਨ ਦਿੱਤਾ, ਅੱਗੇ ਉਹਦੇ ਵਾਸਤੇ ਪਤੀ ਚੰਗਾ ਨੌਕਰੀ ਕਰਨ ਵਾਲਾ ਉਹ ਲੱਭ ਕੇ ਦਿੱਤਾ। ਮਾਂ ਬਾਪ ਨੇ ਜ਼ਿੰਦਗੀ 'ਚ ਬੱਚੀ ਨੂੰ ਵਿਦਿਆ ਦਿੱਤੀ, ਗੁਣ ਮਾਂ ਬਾਪ ਨੇ ਭਰੇ, ਗੁਣ ਸਿਖਾਏ, ਨਾਲ ਮਹਾਂਪੁਰਖਾਂ ਦੀ ਸੰਗਤ ਕਰਦੇ ਸੀ, ਸਾਧੂਆਂ ਦੀ ਸੰਗਤ ਜਾਂਦੇ ਸੀ, ਨਾਲ ਬੱਚੀ ਨੂੰ ਸਾਧੂ ਦੀ ਸੰਗਤ ਮਿਲੀ। ਗੁਰਬਾਣੀ 'ਚ ਲਿਖਿਆ ਹੈ, ਪਈ ਅੜੇ ਸਹੁ ਸੇਵ ਤੂੰ। ਕਹਿੰਦੇ ਜੇ ਤੂੰ ਪੇਕਿਆਂ ਦੇ ਘਰ ਵਿੱਚ ਮਹਾਂਪੁਰਸ਼ਾਂ ਦੀ ਸੰਗਤ ਕਰਨੀ, ਨਾਮ ਜਪਣਾ ਸਿੱਖ ਲੇਗੀ ਤੇ ਤੈਨੂੰ ਅੱਗੇ ਜਾ ਕੇ ਇਹ ਕੰਮ ਬਹੁਤ ਆਏਗਾ, ਇਹ ਬਹੁਤ ਕੰਮ ਆਏਗਾ। ਮਾਂ ਬਾਪ ਨੇ ਧਨ ਵੀ ਬਹੁਤ ਦਿੱਤਾ, ਵਿਦਿਆ ਵੀ ਪੜ੍ਹਾਈ, ਪਤੀ ਵੀ ਬਹੁਤ ਪੜ੍ਹਿਆ ਲਿਖਿਆ, ਚੰਗੇ ਅਹੁਦੇਦਾਰ ਲੱਭਿਆ, ਘਰ ਵੀ ਚੰਗਾ ਸੀ। ਹੁਣ ਇਸ ਬੀਬੀ ਨੂੰ ਲੱਗਣੇ ਗੁਰੂ ਦੀ ਸੇਵਾ ਦੀ, ਗੁਰੂ ਦੇ ਨਾਮ ਦੀ। ਰੋਜ਼ ਗੁਰੂ ਰਾਮਦਾਸ ਦੇ ਦਰਬਾਰ ਜਾਣਾ, ਸੇਵਾ ਕਰਨੀ, ਮਾਂ ਬਾਪ ਨਾਲ ਆਦਤ ਪਈ ਸੀ। ਅੱਜ ਸਹੁਰੇ ਘਰ ਦਾ ਜਿਹੜਾ ਰਿਵਾਜ ਹੈ ਉਹ ਨਹੀਂ ਗੁਰੂ ਘਰ ਜਾਣ ਦਾ। ਇਸ ਬੀਬੀ ਦੀ ਪੂਰੀ ਮਨ 'ਚ ਭਰਿਆ ਕਿ ਗੁਰੂ ਰਾਮਦਾਸ ਦੇ ਦਰਬਾਰ ਜਾਣਾ ਹੀ ਜਾਣਾ ਹੈ, ਸੇਵਾ ਕਰਨੀ ਕਰਨੀ। ਪਰ ਪਤੀ ਨੂੰ ਵੀ ਲੱਗਣ ਨਹੀਂ, ਸਹੁਰੇ ਘਰ ਵਿੱਚ ਨਹੀਂ ਲੱਗਣ। ਇਹਦੀ ਜਿੱਦ, ਇਹ ਦਰਬਾਰ ਸਾਹਿਬ ਜਾਂਦੀ ਏ, ਸੇਵਾ ਕਰਦੀ, ਅੰਮ੍ਰਿਤ ਵੇਲੇ ਉੱਠਦੀ, ਭਾਂਡੇ ਮਾਂਜਦੀ, ਛਬੀਲ ਤੇ ਸੇਵਾ ਕਰਦੀ, ਸਮੇਂ ਨਾਲ ਘਰੇ ਆਉਂਦੀ, ਆਪਦਾ ਘਰ ਦਾ ਵੀ ਥੋੜ੍ਹਾ ਬਹੁਤਾ ਜਿਹੜਾ ਕੰਮ ਕਰਦੀ ਏ। ਸ਼ਾਮ ਇਹਦੇ ਤੇ ਪਰੇਸ਼ਾਨ ਹੋ ਗਿਆ ਕਿ ਇਹ ਤਾਂ ਦਰਬਾਰ ਸਾਹਿਬ ਹੀ ਭੱਜੀ ਰਹਿੰਦੀ ਹੈ। ਅਣਬਣ ਸ਼ੁਰੂ ਹੋ ਗਈ, ਝਗੜੇ ਸ਼ੁਰੂ ਹੋ ਗਏ। ਇਹਨੇ ਛੱਡਿਆ ਨਾ ਕਿ ਗੁਰੂ ਘਰ ਦੀ ਸੇਵਾ ਮੈਂ ਨਹੀਂ ਛੱਡ ਸਕਦੀ। ਮਾਂ ਬਾਪ ਨੇ ਗੁਰੂ ਘਰ 'ਚ ਜਾਣਾ ਸਿਖਾਇਆ, ਗੁਰੂ ਘਰ ਹਾਜ਼ਰੀ ਭਰਨੀ ਸਿਖਾਈ, ਵਿਦਿਆ ਪੜ੍ਹਾਈ। ਪਰ ਘਰ ਦਾ ਕਲੇਸ਼ ਬਹੁਤ ਹੈ। ਕਿਸੇ ਮਹਾਂਪੁਰਸ਼ਾਂ ਦੇ ਸੰਗੀ ਨਾਲ ਇਸ ਬੀਬੀ ਨੇ ਆਪਣਾ ਦੁੱਖ ਰੋਇਆ ਕਿ ਮੈਂ ਦਰਬਾਰ ਸਾਹਿਬ ਕਦੀ ਨਾਗਾ ਨਹੀਂ ਪਾਇਆ, ਸੇਵਾ ਤੇ ਆਉਣੀ ਆ, ਪਰ ਮੇਰੇ ਘਰ ਦਾ ਕਲੇਸ਼ ਬਹੁਤ ਹੈ। ਘਰੇ ਜਾ ਕੇ ਮਨ ਸ਼ਾਂਤ ਨਹੀਂ ਰਹਿੰਦਾ, ਸਾਡਾ ਲੜਾਈ ਝਗੜਾ ਬਹੁਤ ਹੈ। ਪਤੀ ਮੈਨੂੰ ਬਹੁਤ ਇਸ ਗੱਲੋਂ ਮਾੜੀ ਸਮਝਦਾ ਹੈ, ਕਿਉਂ ਭੱਜੀ ਰਹਿੰਦੀ ਦਰਬਾਰ ਸਾਹਿਬ ਨੂੰ। ਉਹਨੇ ਕਿਹਾ ਬੀਬੀ ਇਹਦਾ ਹੱਲ ਤਾਂ ਕੋਈ ਮਹਾਂਪੁਰਸ਼ ਕਰਨਗੇ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਨੇ ਬੀਜੋ ਰਾਮ ਨਾਮ ਧਨ ਖੇਤੀ। ਤੁਸੀਂ ਜਾਓ ਗੁਰੂ ਘਰ, ਪਾਠ ਵੀ ਕਰੋ, ਚੰਗੇ ਕਰਮ ਧਰਮ ਵੀ ਕਰੋ, ਪਰ ਜੇ ਕਰਦਿਆਂ ਫਿਰ ਘਾਟੇ ਪੈ ਰਹੇ ਨੇ, ਫਿਰ ਕਲੇਸ਼ ਦੁੱਖ ਤਕਲੀਫ ਵੱਧਦੀ ਜਾ ਰਹੀ ਹੈ, ਫਿਰ ਮਹਾਂਪੁਰਖਾਂ ਨੂੰ ਪੁੱਛੋ। ਜਿਹੜੇ ਖੇਤੀ ਕਰਨ ਵਾਲੇ ਜ਼ਿਮੀਂਦਾਰ ਹੈ ਨਾ, ਉਹਨਾਂ ਨੂੰ ਖੇਤੀ 'ਚ ਕੋਈ ਰੁਕਾਵਟਾਂ ਪੈਣ, ਮੁਸ਼ਕਿਲਾਂ ਆਉਣ, ਕੋਈ ਬਿਮਾਰੀ ਹੋਵੇ, ਉਹ ਖੇਤੀ ਦੇ ਮਾਹਰਾਂ ਕੋਲ ਜਾਂਦੇ ਆ। ਸਰੀਰਕ ਤਨ ਦਾ ਰੋਗ ਹੋਵੇ ਤੇ ਜਿਹੜੇ ਡਾਕਟਰ, ਜਿਹੜੀ ਬਿਮਾਰੀ ਉਸੇ ਡਾਕਟਰ ਕੋਲ ਜਾਣਾ ਪਏਗਾ। ਪਰ ਜੇ ਸਾਨੂੰ ਨਾਮ ਦੇ ਰਸਤੇ, ਸੇਵਾ ਦੇ ਰਸਤੇ ਕੋਈ ਦੋਸ਼ ਹੈ ਤੇ ਫਿਰ ਮਹਾਂਪੁਰਸ਼ਾਂ ਨੂੰ ਪੁੱਛਣਾ ਪਏਗਾ। ਸੰਤ ਜਨਾ ਮਿਲ ਕਰੋ ਵਿਚਾਰ। ਕਹਿੰਦੇ ਇਸ ਖੇਤੀ ਜੇ ਘਾਟਾ ਹੋਵੇ,
ਪੁੱਛ ਲਓ ਸੰਤਾਂ ਸੇਤੀ ਕਿ ਅਸੀਂ ਨੇਮ ਵੀ ਪੂਰਾ ਹੈ, ਅੰਮ੍ਰਿਤ ਵੇਲੇ ਵੀ ਉੱਠਦੇ ਹਾਂ, ਅੰਮ੍ਰਿਤ ਵੀ ਛਕਿਆ ਹੈ, ਬਾਣੀ ਵੀ ਪੜ੍ਹਦੇ ਹਾਂ, ਗੁਰੂ ਘਰ ਵੀ ਜਾਂਦੇ ਹਾਂ, ਪਰ ਸਾਡਾ ਕਲੇਸ਼ ਕਿਉਂ, ਸਾਡੇ ਝਗੜੇ ਕਿਉਂ, ਸਾਨੂੰ ਸਭ ਪੱਖੋਂ ਕਮੀ ਕਿਉਂ? ਇਹ ਕੌਣ ਦੱਸਣਗੇ? ਕਹਿੰਦੇ ਇਸ ਖੇਤੀ ਜੇ ਘਾਟਾ ਹੋਵੇ ਪੁੱਛ ਲਓ ਸੰਤਾਂ ਸੇਤੀ। ਬੀਬੀ ਤੂੰ ਮਹਾਂਪੁਰਸ਼ਾਂ ਕੋਲ ਜਾ। ਕਹਿੰਦੀ ਅਸੀਂ ਸੰਤਾਂ ਸਾਧਾਂ ਕੋਲ ਜਾਂਦੇ ਨਹੀਂ, ਅਸੀਂ ਗੁਰੂ ਰਾਮਦਾਸ ਦੇ ਘਰ ਨਾਲ ਜੁੜੇ ਹੋਏ ਹਾਂ, ਇਸ ਤੋਂ ਵੱਡਾ ਕੋਈ ਹੈ ਨਹੀਂ। ਕਹਿੰਦੇ ਬੀਬੀ ਹੈ, ਇਸ ਤੋਂ ਵੀ ਵੱਡਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਤੋਂ ਮੇਰੇ ਸੰਤ ਭਗਤ ਵੱਡੇ ਆ, ਰਾਮ ਨਹੀਂ ਵੱਡਾ, ਵੱਡੇ ਭਗਤ ਨੇ ਜਿਹੜੇ ਰਾਮ ਨਾਲ ਜੋੜਦੇ ਆ, ਰਾਮ ਦੀ ਜੁਗਤ ਸਮਝਾਉਂਦੇ ਆ। ਜਿਹੜੀ ਤੇਰੀ ਕਮੀ ਹੋਈ ਤੈਨੂੰ ਮਹਾਂਪੁਰਸ਼ ਦੱਸ ਦੇਣਗੇ, ਤੂੰ ਮਹਾਂਪੁਰਖਾਂ ਕੋਲ ਜਾ, ਸੰਤਾਂ ਕੋਲ ਜਾ। ਪਹਿਲੋਂ ਤਾਂ ਉਹ ਸੰਗਤ ਨਹੀਂ ਕਰਦੀ ਸੀ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਾਰੇ ਗੁਰੂ ਗੁਰੂ ਕਰਕੇ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਹੁਣ ਵਿਚਾਰ ਹੈ, ਆ ਗੁਰੂ ਸਾਹਿਬ ਕਹਿ ਰਿਹਾ ਜੇ ਸੰਤ ਜਿਹੜਾ ਮਿਲ ਕਰੋ ਵਿਚਾਰ, ਕਿ ਸੰਤਾਂ ਨਾਲ ਵਿਚਾਰ ਕਰੋ। ਏਕ ਸਿਮਰ ਨਾਮ ਆਧਾਰ, ਜਿਹੜਾ ਨਾਮ ਜ਼ਿੰਦਗੀ ਦਾ ਆਧਾਰ ਬਣਾਉਣਾ ਹੈ, ਜਪਣਾ ਹੈ, ਸਿਮਰਨਾ ਹੈ, ਇਹ ਵਿਚਾਰ ਕਰੋ। ਮਨ ਲੋਚੇ ਹਰ ਮਿਲਨ ਕੋ ਕਿਉਂ ਦਰਸ਼ਨ ਪਾਈਆਂ। ਹਰ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਸਾਧੂ ਸੰਗਤ ਜ਼ਰੂਰੀ ਹੈ। ਤੇ ਫਿਰ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਵੱਡਾ ਹੈ, ਮੱਥੇ ਟੇਕਣੇ ਵੱਡੇ, ਗੁਰਦੁਆਰੇ ਜਾਣਾ ਵੱਡਾ ਹੈ, ਕਿ ਗੁਰੂ ਦੇ ਬਚਨ ਮੰਨਣੇ ਵੱਡੇ ਆ। ਇਹਦੇ 'ਚ ਵੱਡਾ ਕੀ ਹੈ? ਵੱਡਾ ਤਾਂ ਹੈ ਜੋ ਗੁਰੂ ਦਾ ਉਪਦੇਸ਼ ਹੈ। ਕਾਗਜ਼ ਸੰਸਾਰ 'ਚ ਬਹੁਤ ਨੇ, ਗ੍ਰੰਥ ਵੀ ਬਹੁਤ ਨੇ, ਇਸ ਉੱਪਰ ਜਿਹੜਾ ਉਪਦੇਸ਼ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਰਮਾਲੇ ਨੂੰ ਗੁਰੂ ਗ੍ਰੰਥ ਸਾਹਿਬ ਨਹੀਂ, ਚਾਨਣੀ ਨਹੀਂ ਗੁਰੂ ਗ੍ਰੰਥ ਸਾਹਿਬ, ਚੌਰ ਨਹੀਂ ਗੁਰੂ ਗ੍ਰੰਥ ਸਾਹਿਬ, ਇਹ ਮੰਜਾ ਨਹੀਂ ਗੁਰੂ ਗ੍ਰੰਥ ਸਾਹਿਬ ਤਾਂ ਨਹੀਂ, ਜੋ ਇਹਨਾਂ ਦਾ ਵਿੱਚੋਂ ਉਪਦੇਸ਼ ਆ ਰਿਹਾ ਹੈ, ਸਾਨੂੰ ਸਿੱਖਿਆ ਮਿਲ ਰਹੀ ਹੈ, ਉਹ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਵੇਂ ਤਾਂ ਬੜੀਆਂ ਮੰਜੀਆਂ ਸਜਾਈਆਂ ਜਾਣਗੀਆਂ, ਬੜੇ ਬੁੱਤ ਲੱਗੇ ਨੇ, ਬੜੇ ਪੋਥੀਆਂ ਪ੍ਰਕਾਸ਼ ਕੀਤੀਆਂ ਜਾਂਦੀਆਂ, ਹਰ ਧਰਮ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਵਿਚਾਰ ਕਰ, ਸੰਤਾਂ ਨਾਲ ਮਿਲ ਕੇ ਵਿਚਾਰ ਕਰ। ਇਹ ਬੀਬੀ ਨਾਨਕਸਰ ਆਈ, ਸਮਝਾਉਣ ਵਾਲੇ ਨੇ ਸਮਝਾਇਆ ਜੇ ਜਾਣਾ ਨਾ ਮਹਾਂਪੁਰਸ਼ਾਂ ਕੋਲ ਖਾਲੀ ਹੱਥ ਨਹੀਂ ਜਾਣਾ। ਰਾਜਾ ਵੈਦ ਗੁਰੂ ਜੋਤਸ਼ੀ ਮਹਾਂਪੁਰਸ਼ ਸਾਧੂ ਕਹਿੰਦੇ ਜੇ ਮਹਾਂਪੁਰਸ਼ਾਂ ਕੋਲ ਜਾਣਾ ਹੈ ਤੇ ਖਾਲੀ ਹੱਥ ਨਾ ਜਾਈਏ, फल दिए फल पाए। एक थां ते लिखा है साधु को मिलने जाइए साथ ना लीजिए कोई। ये नहीं कि कोई बंदा नहीं साथ लेके जाना, ये भी नहीं कि कोई प्रसाद नहीं लेके जाना। उन्होंने कहा भी साथ ना लीजिए कोई, जे तू महापुरखा वाल चले आए फिर काम क्रोध लोभ मोह हंकार तेरी मत सियाणपा चतराइयां सिट के जावे। गुरुआं दी मत लई साधुआं दी, आपदी मत नहीं नाल लेके जानी, आपदी होमे नहीं लेके जानी मैं वड्डा मैं पैसे वाला, आपदे पदार्थां ते सेवा दा मान नहीं करना, नाम जपण दा मान नहीं करना किसी चीज़ दा, ये सारा कोई छड्ड के जाई। कहंदे जदों तू जाएगा महापुरखां कोल फिर पाशे पाओ ना दीजिए, अगे जो भी साधु करनगे ना पिछा ना भज जावी, उथे उथे तेरे भले लिए सारा कुछ होएगा। एक मरीज हस्पताल जाता है, हस्पताल विच डॉक्टर चीर फाड़ भी करना है, हस्पताल विच उहनूं बेसुरत भी बेहोश भी करना है, बंदा भज जाएगा। डॉक्टर बेहोश करे, डॉक्टर चीर फाड़ करे, डॉक्टर जो भी करे उनके अगे जाके लम्मे पै जाना। मत असीं नहीं देनी कि डॉक्टर साहब जी इंज करियो, डॉक्टर जी इस तरह करियो। फिर अपनी मत छड्ड के आप डॉक्टर की मत अनुसार डॉक्टर को जावांगे, आपदी मत छड्ड के आपदे उस्ताद टीचर को जावांगे, उहदी मत लांगे, गुरु कोल आपदी मत लैके जावांगे, आपदियां सियाणपां लैके जावांगे, आपदी होमे लैके जावांगे। कहंदे साथ ना लीजिए कोई।
कोई चीज साथ ना लेके जाई, पाशे पाओ ना दीजिए, जो भी करन पिछे पैर नहीं धरना। एक हिंदुस्तान दे विच दारा सिंह नाम दे पहलवान होए ने, वो कुश्ती करते सी, घोड़ करते सी। उन्होंने अपनी इंटरव्यू विच दस्सिया उन्हों दा पिंड है पंजाब दे विच सुर सिंह वाला, जिथे गुरु महाराज ने बहुत किरपा की। उत्थे कोई संत रहिंदे सी, बाहर तप करते सी, हैगे बड़े कौड़े सुभाअ दे सी। लोग उन्हां कोल जांदे सी, लोकां नूं पता सी कि इन्हां ने जो भी करना है ठीक है, ये गालां भी कड्ढण, ये पुट्ठा भी बोलन, ये पता नहीं किहड़ी चीज़ अंदरों कढ़दे। दारा से कहंदा मेरी कुश्ती सी, ते मैं कहा भी संतां नूं मत्था टेक चलीए। कहंदा जदों मैं संतां नूं जाके मत्था टेकिया तो संतां ने गाल कड्ढी अगों। मैनूं पता सी भी दोबारा फिर मत्था टेक दो। मैं फिर मत्था टेकदा कि महाराज बख्श लो। संतां ने फिर गाल कड्ढी, 2-4 गालां कढ़ के क्या निकल जाए तो। कहंदा मैं तीजी बारी फिर मत्था टेकदा। 3 बारी मत्था टेकन ते मैं बैठा रहा, ते कहंदे संत कहन लगे काका की काम करदा है? जी मैं पहलवान हाँ, मैं कुश्ती लड़दा। कहंदे जा फिर अज तो बाद तेनू कोई हराउण वाला नहीं जमेगा, तेरी कोई जिंदगी च पिठ नहीं लाएगा। जिथे भी तू जाएगा कुश्ती लड़ेगा, जो भी करेगा तेरी जित होएगी। पाशे पाओ ना दीजिए, आगे होए सो होए। कहने लगा उस दिन तो बाद उन्हें अपनी उन्होंने दसिया भी तुसी किसी हारदे नहीं किसी कुश्ती में, किसी थां ते भी हर थां ते तुहाडी जित ही हो रही है, हर थां ते रस्ते खुले ही ने। उन्हें फिर दसिया भी ये मैनू महापुरुषों का साधुआं दा वर मिले है। परमेश्वर दे बोल कहंदे साधु संतां दे विचों दी आउंदे आ। परमेश्वर दे बोल गुरु ग्रंथ साहिब दे विचों दी आउंदे आ। जे कोई भावना वाला होवे, जे कोई समझण वाला होवे, श्रद्धा वाला होवे, ते गुरु साहब दे परमात्मा दे बोल विचों आउंदे आ ते सानू सीधा हिरदे च वजदे आ ते सीधी समत दिंदे आ। गुरु दी बाणी परमेश्वर दे बोल ने, साधुआं दी बाणी परमेश्वर दे बोल है, गुरु ग्रंथ साहिब दी बाणी परमेश्वर दे बोल ने। भाई साध संगत दे बोल परमेश्वर दे बोल है। जे चरनी लगना है तो फिर भरोसा रखना। फिर कहंदे पाशे पाओ ना दीजिए, आगे होए सो होए। कहंदे फिर पिछे ना पैर रखी, फिर जो भी होएगा तेरे भले वास्ते। ये बीबी बाबा जी दे कोल नानकसर आ गई, प्रसाद लैके गई, मत्था टेकिया। बाबा जी ने पूछा बीबा किवें आए हो? बाबा जी मेरे घर च कलेश बहुत है, साडी पति पत्नी दी बिल्कुल बनती नहीं, ते मैं दरबार साहब जानी और रोकदे आ, मना करदे आ, मैं पाठ करदी आ, उन्होंने तकलीफ होंदी है, ते मेरे घर विच बड़ी अशांति है, ते कृपा करो मैनू वो जान तो भी रोकदे आ। बाबा जी कहन लगे बीबा साडा तां इक्को ही हुक्म है कि आपदे पति दी आग्या च रहो। आखो सी हैरान होगी एकदम। वो पति मनमुख, पति गुरु घर तो तोड़न वाला, वो तो कहेगा पाठ भी ना कर, दरबार साहब भी ना जा। की गल मैं ना जावांगी, ना पाठ करांगी? ये संतां ने एवें ही कह दिता है। कहंदे बड़े वड्डे महापुरख ने, बड़ी जो बचन करदे आ पूरा तोड़वा आखदे आ। सानू नहीं पता, साडी मत उत्थे नहीं। जिथे मत कहंदे ने 100 मनुख दा दिमाग जिहड़ा है ना इकट्ठा करिए तो एक वजीर दा बनदा है, एक वजीर दे दिमाग तो एक राजे दा बनदा है। 100 राजियां दे दिमाग होण ते एक साधु दा है, एक महापुरुष दा। उनका बचन गुरु परमेश्वर दे नाल तोड़ के परमेश्वर दे नाल जुड़ के आउणा है। पर जिहड़ी दवाई लांगे सानू कौड़ी तां लगनी है।
पर करना तो फायदा है। जो दुख तकलीफ परमात्मा परमेश्वर देवे, कोई कारण बने साडे फायदे दा जदों असीं गुरु नाल जुड़े हुए हैं। हुण घर दा कलेश, घर दी अशांति महापुरखां कोल गई, उन्होंने कहा बीबी साडा इक्को ही हुक्म है, आपदे पति दे हुक्म विच रहो, उनकी आग्या च रहो, पति की सेवा करो। कहते बाबा जी ने मैनू कहा ही नहीं, तू गुरु रामदास के दरबार की सेवा ना छड्डी, बीबी तू पाठ ना छड्डी। ये कहते पति तो कहता पाठ नहीं करना, जाना नहीं दरबार साहब, कि मैं इवें ही करा। बाहर गुरमुखा ने जिन्हों ने समझाया सी कि साधुआं को जाना है तो उन्हों का बचन बनना है, नहीं तो घाटा ही घाटा जिंदगी का। जे बचन नहीं मन्निया तो सब कुछ गुआ लिया है। कहती फिर मैं इवें करा। हुण मन दे उतरा चढ़ा आई जाई जा रहे नहीं, पर इको बोल कहते बाबे नानक सिंह दा पति दे हुक्म च रहो, पति की सेवा कर, पति की आग्या च रहे। घरे आ गई, कहते इन्ना चिर माँ बाप तो लैके हुण तक मैं जानी हाँ, पाठ भी करदी हाँ, पर साडे घर च शांति नहीं। हुण घरे आके मन बना लिया मैं पति नूं पुछ के जावांगी। सवेरे उठी, इशनान किया, जाके सिर नवाया। उन्हें कहा भी ये अज किधरों ये रूप केड़ा आ गया। कहन लगी जी मैं दरबार साहब जावां। वो कहंदे मेथों पुछ के तू धक्के खानी है, मेथों पुछ के जानी, जिधर जाना धक्के खा, जिधर मर्जी। तू तो मेरी जिंदगी रोलती है सारी, तेरे पिछे मैं दुखी होया बैठा, जिथे मर्जी आ। कहती मैं तो जाना है जे तुसी कहोगे, नहीं तो कहते नहीं जाना। घर दे काम लागी नहीं गई। जो पति दे सेवा वास्ते करना सी, जल पानी जो आंदा, इशनान पानी जो आंदी सेवा करनी सी कीती। फिर पूछया शाम नूं मैं जावां, उन्हें कहा नहीं जाना, नहीं गई। 2-3 दिन लंघे। 2-3 दिन बाद उन्हें पूछया भी ये तेन मत किन्ने दिती, हुण ताईं तू जिद नहीं छड्डी, हुण ताईं तेरा मेरा कलेश रहा, तेरे पिछे मैं गुरु घर तो टुटिया बैठा। मेरे मन से नफरत तेरा सुभाव ही इस तरीके है, ये तेन मत किन्ने दिती। कहनी मैं महापुरुषों को गई सी, बड़े कमाई वाले आ, बड़े रब दे पहुंचे हुए आ, उन्हां दी ते गुरु नानक साहब निरंकार दी इक्को गल है, इन्ने जुड़े हुए ने। उन्होंने कहा भी पति की आग्या च रहना है, पति की सेवा करनी है, मैनू तुहाडी सेवा सब तो अगे आ, तुहाडा हुक्म कहोगे तो मैं दरबार साहब जाना गे, कहो तो मैं जिमें आपदा नितनेम पाठ पूजा करना है। वो कह लगा हुण आपां दोवें इकट्ठे जावां करांगे। आखो सी वाहिगुरू। दोनों जावांगे, घर दा अपना कारज करके दोनों जाते आ, मत्था टेकदे आ, छबील ते सेवा करते आ, भांडे मांजदे, कोले, घर वापस आ जाते, अपनी नौकरी ते जाते हैं, शाम नूं जाते आ, फिर इस तरह सेवा करते दोनों पति। जिंदगी च ब्याह तो बाद पहला पड़ा आया कि जदों पति पत्नी कट्ठे तुरे, कट्ठे रहन लगे, कट्ठे जान लगे। ते हुण गुरु रामदास की सेवा का भी आनंद आउंदा है, दोनों सेवा करते हैं, जान का भी आनंद आता है, कलेश भी खत्म हो गया। उस बीबी की ये कथा है, उन्हें आप सुनाई कि मेरे घर नूं बाबे नानक सिंह दे एक बचन ने जिहड़ा मैं भुल्ली बैठी सी। कहंदे ने इस खेती जे घाटा होवे पुछ लो संतां सेती, जे तुहानूं सेवा करदिया नाम जपदिया फिर तकलीफां आ रही ने, उहदे विच भाई कोई कमी हो सकती है, तुहाडा कोई हट हो सकता है, तुहाडी कोई गलती हो सकती, फिर उसका सुधार करो। सतगुरु कहंदे विचार करो संतां नाल मिल के। इस जीवन का परमात्मा नूं सिमरना ही आधार है। अगे अवर उपाव सब मीत बेसारो,
ਚਰਨ ਕਮਲ ਰਿਦ ਮਹਿ ਔਰ ਤਾਰੋ। ਕਹਿੰਦੇ ਪਾਪ ਬੜੇ ਆ, ਤੂੰ ਕਿਸੇ ਵਿਪਤਾ 'ਚ ਫਸ ਗਿਆ, ਕਿਸੇ ਤਕਲੀਫ 'ਚ ਫਸ ਗਿਆ, ਤੇਰੇ ਕਾਰੋਬਾਰ ਤੇ ਕੋਈ ਮੁਸ਼ਕਲ ਆ ਗਈ, ਹੁਣ ਤੂੰ ਬੜੇ ਪਾਪ ਸੋਚੇਂਗਾ, ਮੈਂ ਫਲਾਣੇ ਬੰਦੇ ਕੋਲ ਜਾਵਾਂ, ਉਹਦੇ ਨਾਲ ਗੱਲਬਾਤ ਕਰਾਂ, ਉਹਦੇ ਨਾਲ ਕਰਾਂ, ਉਹਦੇ ਨਾਲ ਲੈਣ ਦੇਣ ਕਰਾਂ। ਕਹਿੰਦੇ ਇਸ ਨੂੰ ਛੱਡ ਦੇ, ਇਹ ਸਾਰੇ ਛੱਡ ਦੇ। ਪਹਿਲੋਂ ਇੱਕ ਹੈ ਕਿ ਗੁਰੂ ਦੇ ਚਰਨਾਂ ਕਮਲਾਂ ਨੂੰ ਹਿਰਦੇ 'ਚ ਧਾਰ ਲਾ ਤੇ ਗੁਰੂ ਦੇ ਅੱਗੇ ਭਗਤੀ ਕਰ, ਅਰਦਾਸ ਕਰਕੇ ਮਹਾਰਾਜ ਜੀ ਇਹ ਮੇਰਾ ਕਾਰਜ ਸਵਾਰੋ। ਜਦੋਂ ਤੂੰ ਗੁਰੂ ਦੀ ਟੇਕ ਲੈ ਕੇ, ਗੁਰੂ ਦਾ ਆਸਰਾ ਲੈ ਕੇ ਕਿਸੇ ਨਾਲ ਗੱਲਬਾਤ ਕਰੇਗਾ ਤੇ ਗੁਰੂ ਹੀ ਵਸੇਗਾ। ਜੇ ਕਿਸੇ ਥਾਂ ਤੇ ਜਾਵੇਂਗਾ ਗੁਰੂ ਹੀ ਤੇਰੇ ਨਾਲ ਜਾਏਗਾ। ਤੂੰ ਆਪਣੀ ਇਹ ਗਲਤੀ ਕਰ ਰਿਹਾ ਕਿ ਪਹਿਲੋਂ ਤੂੰ ਉਪਾਅ ਕਰਨ ਵਾਸਤੇ, ਪਹਿਲੋਂ ਤੂੰ ਆਪਦੇ ਸਾਧਨਾ ਦੇ ਸਿੱਧੀ ਵਾਸਤੇ ਤੂੰ ਭੱਜਿਆ ਹੀ ਫਿਰਦਾ ਹੈ, ਹੱਥ ਪੱਲੇ ਮਾਰਦਾ ਫਿਰਦਾ। ਤੂੰ ਗੁਰੂ ਦੀ ਚਰਨਾਂ ਕਮਲਾਂ ਦੀ ਓਟ ਨਹੀਂ ਲੈਂਦਾ, ਹਿਰਦੇ ਵਿੱਚ ਨਹੀਂ ਧਾਰਦਾ, ਗੁਰੂ ਨੂੰ ਸਿਮਰਦਾ ਨਹੀਂ ਕੀਤਾ। ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ। ਹਰ ਸ਼ਬਦ ਵਿੱਚ ਗੁਰੂ ਸਾਹਿਬ ਨੇ ਸੰਤਾਂ ਦੀ ਸੰਗਤ ਵਾਸਤੇ, ਸੰਤਾਂ ਦੇ ਉਪਦੇਸ਼ ਵਾਸਤੇ, ਸੰਤਾਂ ਕੋਲ ਜਾਣ ਵਾਸਤੇ ਹਰ ਸ਼ਬਦ ਦੇ ਵਿੱਚ ਗੁਰੂ ਸਾਹਿਬ ਹਰ ਪੰਕਤੀ 'ਚ ਕਹਿ ਰਹੇ ਨੇ। ਤੇ ਕੌਣ ਕਹਿ ਰਿਹਾ ਭਾਈ? ਗੁਰੂ ਗ੍ਰੰਥ ਸਾਹਿਬ। ਜੇ ਕਹਿ ਰਹੇ ਨੇ ਕਈ ਗਿਆਨੀ, ਗਿਆਨੀ ਨਾ ਕਹਾਂਗੇ, ਅਗਿਆਨੀ ਕਹਾਂਗੇ। ਜਿਹੜੇ ਕਹਿੰਦੇ ਨਹੀਂ ਜਾਣਾ, ਕਿਸੇ ਸਾਧ ਸੰਤ ਕੋਲ ਨਹੀਂ ਜਾਣਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਇੱਥੇ ਹੀ ਆਉਣਾ ਹੈ, ਕਿਉਂਕਿ ਇੱਥੇ ਗੋਲਕ ਤੇਰੀ ਹੈ, ਜੇਬ ਤੇਰੀ ਹੈ। ਤੈਨੂੰ ਕਿਸੇ ਵਿਚਾਰ ਨਾਲ ਨਹੀਂ, ਤੈਨੂੰ ਆਪਣੀ ਰੋਟੀ ਰੋਜੀ ਦੇ ਨਾਲ ਹੈ। ਇਸ ਕਰਕੇ ਤੂੰ ਗੁਰੂ ਦੇ ਨਾਮ ਦੇ ਨਾਲ ਕਿੰਨਾ ਗੁਰਦੁਆਰੇ ਹੀ ਆਉਣਾ, ਤੁਸੀਂ ਕਿਸੇ ਸਾਧਾ ਸੰਤਾਂ ਕੋਲ ਨਹੀਂ ਜਾਣਾ। ਕਿਸੇ ਗੁਰੂ ਸਾਹਿਬ ਦਾ ਕਹਿੰਦੇ ਆ ਸੰਗਤ ਕਰੋ, ਮਹਾਂਪੁਰਖਾਂ ਦੀ ਸੰਗਤ ਕਰੋ, ਨਾਮ ਜਪੋ, ਜਾਓ ਸੰਗਤ ਵਿੱਚ ਸਮੱਧ ਲਵੋ। ਕਹਿੰਦੇ ਅਵਰ ਪਾਵ ਸਭ ਮੀਤ ਵਿਸਾਰੋ। ਸਾਰੇ ਅਪਾਵ ਮਿੱਤਰਾ ਵਿਸਾਰ ਦੇ। ਜਿੰਨੇ ਤੂੰ ਅਪਾਵ ਸੋਚਿਆ, ਅਵਰ ਪਾਵ ਸਭ ਮੀਤ ਵਿਸਾਰੋ। ਮੇਰੇ ਮਿੱਤਰਾ ਇਹ ਛੱਡ ਦੇ ਜੋ ਤੂੰ ਸੋਚ ਰਿਹਾ ਵੀ ਮੈਂ ਉਹਨੂੰ ਮਿਲਾਂਗਾ, ਮੈਂ ਉੱਥੇ ਜਾਵਾਂਗਾ, ਆਹ ਕਰਾਂਗਾ, ਉਹ ਕਰਾਂਗਾ। ਤੂੰ ਗੁਰੂ ਦੇ ਚਰਨਾਂ ਦੀ ਓਟ ਲੈ, ਗੁਰੂ ਦਾ ਆਸਰਾ ਲੈ, ਗੁਰੂ ਤੈਨੂੰ ਸਮੱਤ ਦੇਵੇਗਾ। ਇਹ ਗੁਰੂ ਸਮੱਤ ਦੇਵੇਗਾ। ਜਿੱਥੇ ਤੂੰ ਜਾਏਗਾ ਗੁਰੂ ਆਪ ਵਸੇਗਾ ਹਿਰਦੇ 'ਚ, ਤੇਰਾ ਕਾਰਜ ਹੋ ਜਾਏਗਾ। ਅੱਗੇ ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰਵਥ। ਇਹਨੂੰ ਗੁਰੂ ਨੇ ਐਵੇਂ ਨਾ ਸਮਝਿਆ। ਇਹ ਸਾਰੇ ਕਰਨ ਕਾਰਨ ਸਮਰੱਥ, ਇਹ ਸਾਰੇ ਕਾਰਨ ਵੀ ਬਣਾ ਦੇਗਾ, ਕਰ ਵੀ ਦੇਵੇਗਾ। ਐਡਾ ਵੱਡਾ ਸਮਰੱਥ ਗੁਰੂ ਹੈ ਕਿ ਇਹ ਸਾਰੇ ਕਰਨ ਕਾਰਨ ਸਮਰੱਥ ਹੈ। ਸਾਰੇ ਪੜ੍ਹ ਲਓ। ਮੇਰੇ ਸਤਿਗੁਰੂ ਹੋਏ ਦਿਆਲ। ਮੇਰੇ ਸਤਿਗੁਰੂ ਹੋਏ ਦਿਆਲ ਕੀਤਾ, ਨਜ਼ਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰੂ ਹੋਏ ਦਿਆਲ ਕੀਤਾ, ਨਜ਼ਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਸਾਰੇ ਬੋਲੋ, ਸਾਰੀ ਸੰਗਤ ਬੋਲੋ। ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ, ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ, ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ, ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਲੇਖ ਚਮਾਰੀ ਮੇਖ ਸੋਹਣੇ ਸੋਹਣੇ ਲਿਖਤੇ, ਲੇਖ ਮੈਂ ਬਲਿਹਾਰੇ ਜਾਵਾਂ। ਓ ਮੇਰੀ ਰੇਖ ਚਮਾਰੀ ਮੇਖ, ਸੋਹਣੇ ਸੋਹਣੇ ਲਿਖਦੇ ਲੇਖ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ, ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ
ਬਲਿਹਾਰੇ ਜਾਵਾਂ। ਜੀ ਮੇਰੀ ਰੇਖ ਚੁਮਾਰੀ ਮੇਖ ਸੋਹਣੇ ਸੋਹਣੇ ਲਿਖਦੇ ਲੇਖ ਮੈਂ ਬਲਿਹਾਰੇ ਜਾਵਾਂ। ਮੇਰੀ ਰੇਖ ਚੁਮਾਰੀ ਮੇਖ ਸੋਹਣੇ ਸੋਹਣੇ ਲਿਖਦੇ ਲੇਖ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਜੀ ਕੀਤਾ ਸੂਲੀ ਤੋਂ ਸੂਲ ਬਣਾਤੇ ਕੰਡਿਆਂ ਤੋਂ ਵੀ ਫੂਲ ਮੈਂ ਬਲਿਹਾਰੇ ਜਾਵਾਂ। ਜੀ ਕੀਤਾ ਸੂਲੀ ਤੋਂ ਸੂਲ ਬਣਾਤੇ ਕੰਡਿਆਂ ਤੋਂ ਵੀ ਫੂਲ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਹਾਲ ਮੈਂ ਬਲਿਹਾਰੇ ਜਾਵਾਂ। ਕੱਟਤੇ ਸਾਰੇ ਰੋਗ ਬੜੇ ਸੋਹਣੇ ਲਿਖੇ ਸੰਜੋਗ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਕੱਟ ਤੇ ਸਾਰੇ ਇਕੱਠੇ ਬੋਲੋ ਹੁਣੇ ਲਿਖੇ ਸੰਜੋਗ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਕੱਟ ਤੇ ਸਾਰੇ ਰੋਗ ਬੜੇ ਸੋਹਣੇ ਲਿਖੇ ਨਾਲ ਬੋਲਿਆ ਕਰੋ ਨੇੜੇ ਕੋ ਬੋਲੋ ਪਾਸੇ ਨਾ ਵੇਖਣ ਲੱਗ ਪਿਆ ਕਰੋ ਇੱਧਰ ਨਾਲ ਬੋਲ ਕੇ ਨਾਲ ਬਹਿ ਕੇ ਬੋਲੋ ਨੇੜੇ ਹੋ ਜਾਓ। ਜੋਗ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਆਪ ਸਮਰੱਥ ਮੇਰੇ ਸਿਰ ਤੇ ਰੱਖਿਆ ਹੱਥ ਮੈਂ ਬਲਿਹਾਰੇ ਜਾਵਾਂ। ਅੱਗੇ ਨਾਲ ਹੋ ਕੇ ਨਾ ਕਰਿਆ ਕਰ ਜਿਹੜੇ ਬਟਾ ਸਮਰੱਥ ਮੇਰੇ ਸਿਰ ਤੇ ਰੱਖਿਆ ਹੱਥ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਗੁਰੂ ਨਾਨਕ ਤੂੰ ਹੀ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰੋ ਨਦਰ ਨਿਹਾਲ ਮੈਂ ਮੈਂ ਬਲਿਹਾਰੇ ਜਾਵਾਂ। ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਜੀ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਦਰੋ ਨਦਰ ਨਿਹਾਲ
ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਆਪ ਸਮਰੱਥ ਮੇਰੇ ਸਿਰ ਤੇ ਰੱਖਿਆ ਹੱਥ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਆਪ ਸਮਰੱਥ ਮੇਰੇ ਸਿਰ ਤੇ ਰੱਖਿਆ ਹੱਥ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਸੋਝੀ ਪਾਈ ਮੇਰੀ ਵਿਗੜੀ ਹੋਈ ਬਣਾਈ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਸੋਝੀ ਪਾਈ ਸਾਡੀ ਵਿਗੜੀ ਹੋਈ ਬਣਾਈ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਬਲਿਹਾਰੇ ਜਾਵਾਂ। ਜੀ ਮੇਰੇ ਕੱਟ ਤੇ ਸਾਰੇ ਜੰਜਾਲ ਮੈਨੂੰ ਕਰਤਾ ਮਾਲੋ ਮਾਲ ਮੈਂ ਬਲਿਹਾਰੇ ਜਾਵਾਂ। ਮੇਰੇ ਕੱਟ ਤੇ ਸਭ ਜੰਜਾਲ ਜੀ ਮੈਨੂੰ ਕਰਤਾ ਮਾਲੋ ਮਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਆਈ ਕੰਡ ਮੇਰੀ ਉਤਰੀ ਪਪਾ ਵਾਲੀ ਪੰਡ ਮੈਂ ਬਲਿਹਾਰੇ ਜਾਵਾਂ। ਮੇਰੇ ਸੀਨੇ 'ਚ ਪਾਈ ਠੰਡ ਮੇਰੀ ਉਤਰੀ ਪਪਾ ਵਾਲੀ ਪੰਡ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੀ ਰੇਖ 'ਚ ਮਾਰੀ ਵੇਖ ਸੋਹਣੇ ਸੋਹਣੇ ਲਿਖਦੇ ਲੇਖ ਮੈਂ ਬਲਿਹਾਰੇ ਜਾਵਾਂ। ਮੇਰੀ ਰੇਖ 'ਚ ਮਾਰੀ ਵੇਖ ਸੋਹਣੇ ਸੋਹਣੇ ਲਿਖਦੇ ਲੇਖ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਜੀ ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ ਜਾਵਾਂ। ਮੇਰੀ ਰੇਖ 'ਚ ਮਾਰੀ ਵੇਖ ਸੋਹਣੇ ਸੋਹਣੇ ਲਿਖਦੇ ਲੇਖ ਮੈਂ ਬਲਿਹਾਰੇ ਜਾਵਾਂ। ਮੇਰੀ ਰੇਖ 'ਚ ਮਾਰੀ ਵੇਖ ਸੋਹਣੇ ਸੋਹਣੇ ਲਿਖਦੇ ਲੇਖ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਮੈਂ ਬਲਿਹਾਰੇ ਜਾਵਾਂ। ਮੇਰੇ ਸਤਿਗੁਰ ਹੋਏ ਦਿਆਲ ਕੀਤਾ ਨਜ਼ਰੋ ਨਜ਼ਰ ਨਿਹਾਲ ਮੈਂ ਬਲਿਹਾਰੇ
ਜਾਵਾਂ। ਸਤਿਗੁਰੂ ਸਮਤ ਦੇ ਰਹੇ ਨੇ ਕਿ ਕਰਨ ਕਾਰਨ ਸੋ ਪ੍ਰਭ ਸਮਰੱਥ। ਪੜਿਓ ਜੀ ਇੱਥੇ ਕਰਨ ਕਾਰਨ। ਕਰਨ ਕਾਰਨ ਸੋ ਪ੍ਰਭ ਸਮਰੱਥ। ਅਸੀਂ ਇਸ ਤੋਂ ਉਲਟਾ, ਅਸੀਂ ਕਹਿੰਦੇ ਅਸੀਂ ਕਰਨਾ ਹੈ, ਅਸੀਂ ਸਾਰਾ ਕੰਮ ਕਰਾਂਗੇ, ਅਸੀਂ ਬੰਤ ਬਣਾਵਾਂਗੇ, ਅੱਗੇ ਸਾਨੂੰ ਬੰਦਾ ਆ ਫਲਾਣਾ ਕੰਮ ਕਰਕੇ ਦੇਵੇਗਾ। ਪਰ ਇੱਥੇ ਕਰਨ ਕਾਰਨ ਸਮਰੱਥ ਗੁਰੂ ਹੈ। ਦ੍ਰਿੜ ਸਭ ਅਸੀਂ ਸਾਰੀ ਗੁਰੂ ਦੀ ਵਿਚਾਰ ਤੋਂ ਅਸੀਂ ਉਲਟ ਚੱਲਦੇ ਹਾਂ। ਪਹਿਲਾਂ ਉਹਨਾਂ ਨੇ ਕਿਹਾ ਸੰਤ ਜਨਾ ਮਿਲ ਕਰੋ ਵਿਚਾਰ। ਅਸੀਂ ਮਨ ਪਾਪੀ ਨਾਲ ਵਿਚਾਰ ਕਰਦੇ ਹਾਂ, ਉਹੋ ਜਿਹੇ ਬੰਦਿਆਂ ਨਾਲ ਵਿਚਾਰਾ ਕਰਦੇ ਹਾਂ। ਕਹਿੰਦੇ ਨੇ ਮਹਾਂਪੁਰਖਾਂ ਨਾਲ ਵਿਚਾਰ ਕਰ, ਉਹਨਾਂ ਤੋਂ ਆਗਿਆ ਲਏ, ਫਿਰ ਤੇਰਾ ਇਹ ਕਾਰਜ ਸਹੀ ਹੋਵੇਗਾ। ਤੇ ਇਹਦੇ ਵਿੱਚ ਇੱਕ ਪਰਮਾਤਮਾ ਨੂੰ ਸਿਮਰਨਾ ਹੈ, ਨਾਮ ਦਾ ਆਧਾਰ, ਨਾਮ ਦਾ ਆਧਾਰ ਬਣਾ ਲਾ ਤੇ ਸਾਰੇ ਅਪਾਪ ਛੱਡ ਦੇ, ਗੁਰੂ ਦੇ ਚਰਨਾਂ ਦੀ ਓਟ ਲੈ। ਉਹ ਕਰਨ ਕਾਰਨ ਸਮਰੱਥ ਹੈ। ਇਹ ਗੁਰੂ ਸਾਹਿਬ ਸੁਖਮਨੀ ਸਾਹਿਬ ਵਿੱਚ ਇਸ ਅਸ਼ਟਪਦੀ ਵਿੱਚ ਵਿਚਾਰ ਰਹੇ ਨੇ, ਸਮਤ ਦੇ ਰਹੇ ਨੇ ਕਿ ਮਾਲਕ ਕਰਨ ਕਾਰਨ ਸਮਰੱਥ ਹੈ। ਅੱਗੇ ਜੀ ਦ੍ਰਿੜ ਕਰ ਗਹੋ ਨਾਮ। ਨੂੰ ਮਿਲਣਾ ਬੜਾ ਜ਼ਰੂਰੀ ਸੀ। ਮੈਂ ਕਿਹਾ ਵੀ ਹੁਣ ਰਹਿ ਰਾਸ ਕਰਾਂਗੇ ਤੇ ਲੇਟ ਹੋ ਜਾਵਾਂਗੇ। ਕਹਿੰਦਾ ਪਰ ਮੈਂ ਰਹਿ ਰਾਸ ਫਿਰ ਵੀ ਗੱਡੀ ਰੋਕ ਲਈ। ਰਾਹ ਵਿੱਚ ਢਾਬੇ ਦੇ ਉੱਤੇ ਇੱਕ ਮੰਜੇ ਤੇ ਬੈਠ ਕੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਰਹਿ ਰਾਸ ਸ਼ੁਰੂ ਕੀਤੀ। ਕਹਿੰਦਾ ਰਹਿ ਰਾਸ ਕਰਦਿਆਂ ਕਰਦਿਆਂ ਮੇਰਾ ਕੰਮ ਹੀ ਸੌਰ ਗਿਆ। ਆਖੋ ਸ੍ਰੀ ਵਾਹਿਗੁਰੂ। ਸਾਰਾ ਕਾਰਜ ਜਿੰਦੇ ਵਾਸਤੇ ਮੈਂ ਭੱਜ ਨੱਠ ਕਰ ਰਿਹਾ ਸੀ, ਉਹਦੇ ਮੈਸੇਜ ਆ ਗਏ। ਇੱਕ ਵਾਰ ਸੰਤ ਮਹਾਂਪੁਰਸ਼ ਗਏ, ਕਹਿਣ ਲੱਗੇ ਇੱਕ ਗੁਰਮੁਖ ਪਿਆਰਾ ਸਾਡੇ ਕੋਲ ਆਇਆ। ਸਿੰਗਾਪੁਰ ਗਏ ਸੰਤ ਰਾਮ ਸਿੰਘ ਜੀ, ਉਹਨਾਂ ਦਾ ਬੜਾ ਕੰਮ ਫਸਿਆ ਹੋਇਆ ਸੀ ਤੇ ਬਹੁਤ ਮੁਸ਼ਕਲ ਸੀ। ਉੱਚੋ ਸਾਹਿਬ ਮੱਥਾ ਟੇਕਣ ਗਏ, ਕਹਿੰਦੇ ਜੀ ਇਹਨਾਂ ਦਾ ਕੰਮ ਬੜਾ ਹੀ ਮੁਸ਼ਕਲ ਸੀ, ਬੜਾ ਹੀ ਫਸਿਆ ਹੋਇਆ ਸੀ ਬੜੇ ਚਿਰ ਤੋਂ। ਕਹਿੰਦੇ ਇਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਏਅਰਪੋਰਟ 'ਤੇ। ਕਹਿੰਦੇ ਅਸੀਂ ਉੱਥੇ ਰੋਕ ਕੇ ਇੱਕ ਥਾਂ 'ਤੇ ਬੈਠ ਕੇ ਕਹਿੰਦੇ ਅਸੀਂ ਅਰਦਾਸ ਕੀਤੀ ਪੁੱਛੋ ਸਾਹਿਬ ਬਾਬਾ ਜੀ ਦੇ ਚਰਨਾਂ 'ਚ ਕਿ ਬਾਬਾ ਜੀ ਇਹਦਾ ਬੇੜਾ ਤੁਸੀਂ ਬੰਨੇ ਲਾ ਸਕਦੇ ਜੇ, ਕਿਰਪਾ ਕਰੋ, ਇਹਦਾ ਕੰਮ ਫਸਿਆ ਹੋਇਆ ਹੈ ਫਲਾਣੇ ਬੰਦਿਆਂ ਦੇ ਕੋਲ, ਉਹ ਬਿਲਕੁਲ ਨਹੀਂ ਸੁਣ ਰਹੇ, ਤੇ ਕਿਰਪਾ ਕਰੋ ਇਹਦਾ ਕਾਰਜ ਹੋ ਜਾਵੇ। ਤੇ ਅਸੀਂ ਆਣ ਕੇ ਇੱਥੇ ਅਖੰਡ ਪਾਠ ਵੀ ਕਰਾਵਾਂਗੇ, ਸੰਪੜ ਪਾਠ ਵੀ ਕਰਾਵਾਂਗੇ, ਦਸਵੰਧ ਵੀ ਦੇਵਾਂਗੇ, ਸਾਡਾ ਕਾਰਜ ਹੋ ਜਾਏ। ਕਹਿੰਦੇ ਏਅਰਪੋਰਟ 'ਤੇ ਅਰਦਾਸ ਕੀਤੀ ਤੇ ਕਰਕੇ ਕਹਿੰਦੇ ਅਸੀਂ ਕੁਰਸੀ 'ਤੇ ਬੈਠ ਕੇ ਚੱਲ ਪਏ ਅੱਗੇ। ਜਿਹੜੇ ਉੱਥੋਂ ਦੇ ਟਿਕਟ ਲੈਣੀ ਵਗੈਰਾ ਸਾਰੇ ਜਿਵੇਂ ਜਿਹੜੇ ਕੀਤੇ ਕਰਕੇ ਉਹ ਨਾਲ ਹੀ ਗੁਰਮੁਖ ਪਿਆਰਾ ਪਹੁੰਚ ਵਾਲਾ ਥੋੜ੍ਹੀ ਜਿਹੀ। ਕਹਿੰਦੇ ਜਦੋਂ ਘੰਟਾ ਅੱਧਾ ਘੰਟਾ ਸਾਨੂੰ ਲੱਗਿਆ, ਕਿਉਂਕਿ ਸਿੰਗਾਪੁਰ ਤੋਂ ਇੱਧਰ ਆਉਣਾ ਸੀ, 1.5-2 ਘੰਟੇ 2.5 ਘੰਟੇ ਲੱਗ ਜਾਂਦੇ ਏਅਰਪੋਰਟ 'ਤੇ। ਕਹਿੰਦੇ ਸਾਡੇ ਜਹਾਜ਼ 'ਤੇ ਬੈਠਣ ਤੋਂ ਪਹਿਲੋਂ ਉਹਨੂੰ ਫੋਨ ਆ ਗਿਆ ਉਸੀ ਆਦਮੀ ਦਾ। ਕਹਿੰਦੇ ਉਸੀ ਆਦਮੀ ਦਾ ਮੈਸੇਜ ਆ ਗਿਆ ਕਿ ਤੁਹਾਡਾ ਕੰਮ ਜਿਹੜਾ ਹੈ ਤੁਸੀਂ ਆ ਜਾਓ, ਮੈਂ ਇਹ ਕਰ ਦਿਆਂਗਾ। ਇੱਕ ਹੋਰ ਦਾ ਆ ਗਿਆ ਕਿ ਮੈਂ ਇਸ ਤਰ੍ਹਾਂ ਤੁਹਾਡੇ ਨਾਲ ਅਵਰ ਉਪਾਵ ਸਭ ਮੀਤ ਬਸਾਰੋ, ਸਾਰੇ ਉਪਾਵ ਅਸੀਂ ਕਰ ਕਰਕੇ ਵੇਖ ਲਏ, ਸਾਰੇ ਜ਼ੋਰ ਲਾ ਲਾ ਕੇ ਵੇਖ ਲਏ, ਗੁਰੂ ਵਾਲੇ ਪਾਸੇ ਵੀ ਜ਼ੋਰ ਲਾ ਲਓ, ਗੁਰੂ ਦੇ ਚਰਨਾਂ ਦੀ ਵੀ ਟੇਕ ਲੈ ਲਓ। ਕਹਿੰਦੇ ਦ੍ਰਿੜ ਕਰ ਕਹੋ ਕਰਨ ਕਾਰਨ ਜੇ, ਜਿਸ ਗੁਰੂ ਨੂੰ ਤੁਸੀਂ ਮੰਨਦੇ ਜੇ, ਜਿਸ ਦਾ ਨਾਮ ਲੈਂਦੇ ਜੇ, ਜਿਸ ਕੋਲ ਜਾਂਦੇ ਜੇ, ਉਹ ਬਿਲਕੁਲ ਕਰਨ ਕਾਰਨ ਸਮਰੱਥ ਹੈ। ਬਾਬਾ ਜੀ ਬਾਬਾ ਮਹਾਨਾਮ ਸਿੰਘ ਜੀ ਬੈਠੇ ਸਨ ਤੇ ਮਹਾਰਾਣੀ ਪਟਿਆਲਾ ਆ ਗਈ। ਰਾਣੀਆਂ 'ਚ ਮਹਾਰਾਣੀ ਹੁੰਦੀ, ਸਾਰੀਆਂ ਰਾਣੀਆਂ ਉਹਦੇ ਅੰਡਰ ਹੁੰਦੀਆਂ ਨੇ ਤੇ ਸਭ ਤੋਂ ਵੱਧ ਉਹਦਾ ਮਾਣ ਸਨਮਾਨ ਹੁੰਦਾ ਹੈ। ਉਹ ਆ ਕੇ ਬਾਬਾ ਜੀ ਦੇ ਕੋਲ ਮਹਾਰਾਜਾ ਸਾਹਿਬ ਬਾਹਰੋਂ ਆਏ ਸੀ ਵਾਪਸ ਤੇ ਪਰੇਸ਼ਾਨ ਸੀ ਬਹੁਤ ਜ਼ਿਆਦਾ। ਅੰਗਰੇਜ਼ਾਂ ਨੇ ਉੱਥੇ ਬੁਲਾਇਆ ਸੀ, ਕੋਈ ਮੀਟਿੰਗ ਕੀਤੀ ਸੀ, ਬੈਠ ਕੇ ਇੱਕ ਮੇਜ਼ 'ਤੇ
ਗੋਲ ਮੇਜ਼ 'ਤੇ ਮੀਟਿੰਗ ਸੀ। ਮਹਾਰਾਜਾ ਸਾਹਿਬ ਉਸ ਵਿੱਚ ਪਹੁੰਚੇ ਸੀ। ਉੱਥੇ ਅੰਗਰੇਜ਼ਾਂ ਨੇ ਜਦੋਂ ਬਾਹਰ ਗਏ, ਉਹਨਾਂ ਨੇ ਇਹਦੇ ਰਾਜ ਭਾਗ ਦੇ ਪਟਿਆਲਾ ਰਿਆਸਤ ਦੇ ਸਾਰੇ ਸਾਈਨ ਕਰਵਾ ਲਏ, ਕਾਗਜ਼ਾਂ 'ਤੇ, ਕੋਰੇ ਕਾਗਜ਼ਾਂ 'ਤੇ ਵੀ ਸਾਈਨ ਕਰਵਾ ਲਏ। ਕੋਈ ਨਸ਼ੇ ਦਾ ਆਦਤ ਸੀ, ਕੋਈ ਹੋਰ ਕਮੀਆਂ ਸੀ। ਉਹ ਕਮੀਆਂ ਦੇ ਵਿੱਚ ਲਿਆ ਕੇ ਰਾਜੇ ਨੂੰ ਵੱਸ ਕਰਕੇ ਇਹਦੇ ਤੋਂ ਕੋਰੇ ਕਾਗਜ਼ਾਂ ਦੇ ਵੀ ਸਾਈਨ ਕਰਾ ਲਏ ਅਤੇ ਰਿਆਸਤ ਦੇ ਵੀ ਸਾਈਨ ਕਰਵਾ ਲਏ ਸਾਰੇ, ਕਿ ਰਿਆਸਤ ਮੇਰੀ ਅੰਗਰੇਜ਼ ਰਾਜ ਦੇ ਅੰਦਰ ਰਹੇਗੀ। ਮੈਂ ਬਿਲਕੁਲ ਇਹਨਾਂ ਦੇ ਅਧੀਨ ਹੋ ਕੇ ਚੱਲਾਂਗਾ, ਸਾਰਾ ਕੁਝ ਕਰਾਂਗਾ। ਸਾਰਾ ਕੁਝ ਲਿਖ ਕੇ ਮਹਾਰਾਜਾ ਸਾਹਿਬ ਜਦੋਂ ਨਸ਼ਾ ਉਤਰਿਆ, ਹੋਸ਼ ਵਿੱਚ ਆਏ, ਬੜੇ ਪਛਤਾਏ, ਮਨ ਬੜਾ ਉਚਾਟ ਹੋਇਆ। ਆ ਕੇ ਘਰੇ ਕਲਪਨਾ 'ਚ ਨੀਂਦਰ ਨਾ ਪਵੇ, ਰਾਤ ਨੂੰ ਤੁਰੇ ਫਿਰਨ। ਮਹਾਰਾਣੀ ਸਿੱਧੀ ਬਾਬਾ ਜੀ ਕੋਲ ਗਈ, ਜੀ ਸਾਡਾ ਰੱਖ ਲਓ, ਸਾਡਾ ਰਾਜ ਭਾਗ ਗਿਆ, ਸਾਡਾ ਸਭ ਕੁਝ ਗਿਆ, ਸਾਨੂੰ ਬਚਾ ਲਓ। ਬਾਬਾ ਜੀ ਕਹਿੰਦੇ ਬੀਬਾ ਜਾ ਕੇ ਲੰਗਰ ਛਕ, ਪ੍ਰਸ਼ਾਦ ਛਕ, ਜੋ ਗੁਰੂ ਨਾਨਕ ਸਾਹਿਬ ਪਰਮਾਤਮਾ ਪਰਮੇਸ਼ਰ ਕਰੇਗਾ ਠੀਕ ਹੈ। ਕਹਿੰਦੇ ਜੀ ਮਹਾਰਾਜਾ ਸਾਹਿਬ ਸਾਰਾ ਕੁਝ ਉਹਨਾਂ ਨੂੰ ਦੇ ਆਇਆ ਲਿਖ ਕੇ, ਸਾਰੇ ਕਾਗਜ਼ਾਂ 'ਤੇ ਸਾਈਨ ਕਰ ਆਏ ਨੇ। ਅਸੀਂ ਉਹਨਾਂ ਦੇ ਅਧੀਨ ਹੋ ਗਏ ਹਾਂ, ਅੰਗਰੇਜ਼ ਰਾਜ ਦੇ ਅੰਦਰ, ਅੰਗਰੇਜ਼ ਸਰਕਾਰ ਦੇ। ਉਹਨਾਂ ਨੇ ਇਹੋ ਜਿਹੇ ਵਾਸ਼ਲ ਕੀਤੇ, ਮਹਾਰਾਜਾ ਸਾਹਿਬ ਨਹੀਂ ਹੋਸ਼ ਵਿੱਚ ਰਹੇ ਅਤੇ ਉਹਨਾਂ ਨੇ ਸਭ ਕੁਝ ਕਰਤਾ। ਬਾਬਾ ਜੀ ਕਹਿੰਦੇ ਜਾਓ ਜਲ ਪਾਣੀ ਛਕੋ। ਕਹਿੰਦੇ ਜੀ ਨਹੀਂ ਲੰਘਦਾ ਕੁਝ ਵੀ। ਪਹਿਲਾਂ ਜਦੋਂ ਮਹਾਰਾਣੀ ਆਈ ਨਾ, ਅਤੇ ਮਹਾਂਪੁਰਖਾਂ ਕੋਲ ਕੀ ਸੀ, ਟਿੱਲੇ ਦੇ ਉੱਤੇ ਰਹਿੰਦੇ ਸੀ। ਜਦੋਂ ਮਹਾਰਾਣੀ, ਕਹਿੰਦੇ ਜੀ ਮਹਾਰਾਣੀ ਆਈ ਦਰਸ਼ਨਾਂ ਨੂੰ, ਬਾਬਾ ਜੀ ਕਹਿੰਦੇ ਇਹਨੂੰ ਬੈਠਣ ਵਾਸਤੇ ਬੋਰੀ ਦਿਓ। ਬੋਰੀਆਂ ਹੀ ਹੁੰਦੀਆਂ ਸੀ, ਖਾਲੀ ਵੱਡੀਆਂ ਵੱਡੀਆਂ ਬੋਰੀਆਂ ਹੁੰਦੀਆਂ ਸੀ, ਜ਼ਿਮੀਂਦਾਰਾਂ ਦੇ ਕੰਮਾਂ ਵਿੱਚ ਆਉਂਦੀਆਂ। ਉਹਨਾਂ ਨੂੰ ਫਿਰ ਜ਼ਿਮੀਂਦਾਰ ਵਰਤ ਲੈਂਦੇ ਬੈਠਣ ਉੱਠਣ 'ਤੇ। ਅਸੀਂ ਵੀ ਸਕੂਲ ਵਿੱਚ ਜਾਂਦੇ ਸੀ ਅਤੇ ਬੋਰੀ ਲੈ ਕੇ ਜਾਂਦੇ ਸੀ, ਆਪਦੀ ਬੋਰੀ ਦੇ ਬਹਿ ਕੇ ਪੜ੍ਹਦੇ ਸੀ ਊੜਾ ਐੜਾ। ਉਦੋਂ ਸਕੂਲਾਂ ਦੀ ਪੜ੍ਹਾਈ ਆਪਦੀ, ਸਾਡਾ ਕੁਰਸੀ ਮੇਜ਼ ਇਹੀ ਸੀ ਸਾਰਾ, ਡੈਕਸ ਜਿੰਦੇ 'ਤੇ ਬਹਿ ਕੇ ਆਪਦੇ ਘਰੋਂ ਬੋਰੀ ਗੋਲ ਕਰ ਲੈਣੀ, ਸਕੂਲ ਜਾ ਕੇ ਉਹਦੇ 'ਤੇ ਪੜ੍ਹਨਾ ਹੈ। ਅਤੇ ਬਾਬਾ ਜੀ ਨੇ ਬੈਠਣ ਵਾਸਤੇ ਬੋਰੀ ਦਿੱਤੀ, ਉੱਤੇ ਮਹਾਰਾਣੀ ਬੈਠ ਕੇ ਬੇਨਤੀ ਕੀਤੀ, ਜੋ ਮਰਜ਼ਾਦਾ ਕਰਾਉਂਦੇ ਸੀ ਕਰਾਈ। ਮਹਾਰਾਣੀ ਕਹਿੰਦੀ ਮਹਾਰਾਜ ਮੇਰੇ ਅੰਦਰ ਨਹੀਂ ਕੋਈ ਲੰਘਦਾ, ਮੈਂ ਬਹੁਤ ਪਰੇਸ਼ਾਨ ਹਾਂ। ਮਹਾਰਾਜ ਸਾਹਿਬ ਨੂੰ ਵੇਖ ਕੇ ਬਹੁਤ ਪਰੇਸ਼ਾਨੀ। ਬਾਬਾ ਜੀ ਕਹਿੰਦੇ ਅੱਛਾ ਫਿਰ ਕਾਗਜ਼ ਚਾਹੀਦੇ ਨਾ ਤੁਹਾਨੂੰ ਸਾਈਨ ਕੀਤੇ ਸਾਰੇ। ਕਹਿੰਦੇ ਆਪਦੀ ਬੋਰੀ ਚੱਕ। ਬੋਰੀ ਚੱਕੀ ਤੇ ਸਾਰੇ ਦੇ ਸਾਰੇ ਕਾਗਜ਼ ਬੋਰੀ ਦੇ ਥੱਲੇ ਪਏ ਨੇ। ਆਖੋ ਜੀ, ਬਾਹਰੋਂ ਜਿੰਨੇ ਕਾਗਜ਼ ਸਾਈਨ ਕਰਕੇ ਮਹਾਰਾਜਾ ਸਾਹਿਬ ਆਏ ਸੀ, ਸਾਰੇ ਦੇ ਸਾਰੇ ਬੋਰੀ ਦੇ ਥੱਲੇ ਪਏ ਆ। ਮਹਾਰਾਣੀ ਵੇਖ ਕੇ ਹੈਰਾਨ ਹੋ ਗਈ। ਬਾਬਾ ਕਹਿੰਦੇ ਜਾਓ, ਹੁਣ ਨਹੀਂ ਤੁਹਾਨੂੰ ਕੋਈ ਪੁੱਛਦਾ, ਤੁਹਾਡਾ ਰਾਜ ਚੱਲੇਗਾ। ਅੰਗਰੇਜ਼ ਰਾਜ ਦੇ ਵਿੱਚ ਵੀ ਤੁਹਾਡਾ ਰਾਜ ਚੱਲੇਗਾ। ਅੰਗਰੇਜ਼ ਸਰਕਾਰ ਦੇ ਹੁੰਦਿਆਂ ਵੀ ਉਹਨਾਂ ਦੀ ਰਿਆਸਤ ਮਹਾਰਾਜਾ ਪਟਿਆਲੇ ਦੀ ਚੱਲਦੀ ਰਹੀ। ਇਹ ਹੈ ਕਰਨ ਕਾਰਨ ਸਮਰੱਥ ਪਰਮਾਤਮਾ ਮਹਾਂਪੁਰਖਾਂ ਦੇ ਨਾਲ ਹੀ। ਦ੍ਰਿੜ ਕਰ ਕਹੋ ਨਾਮ ਅਰਬਥ, ਪੱਕਾ ਹੋ ਜਾ ਥੋੜ੍ਹਾ ਜਿਹਾ, ਅਤੇ ਇਸ ਨਾਮ ਦੀ ਵਸਤੂ ਨੂੰ ਸੰਭਾਲ ਕੇ ਰੱਖੀ। ਆਪਦਾ ਨਿਤਨੇਮ ਸਿਮਰਨ ਮਹਾਂਪੁਰਸ਼ਾਂ ਨਾਲ ਗੰਢ ਤਾਂ ਹੀ ਰਹਿੰਦੀ ਏ ਜੇ ਨਾਮ ਜਪਾਂਗੇ, ਜੇ ਅੰਮ੍ਰਿਤ ਵੇਲੇ ਉੱਠਾਂਗੇ, ਜੇ ਗੁਰੂ ਘਰ ਜਾਵਾਂਗੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਂਗੇ, ਸੇਵਾ ਕਰਾਂਗੇ, ਦਸਵੰਧ ਕਰਾਂਗੇ, ਨਾਮ ਜਪਾਂਗੇ, ਤੇ ਗੰਢ ਪਈ ਰਹਿੰਦੀ ਹੈ। ਕਹਿੰਦੇ ਨੇ ਪੁੱਤੀ ਗੰਢ ਪਵੇ ਸੰਸਾਰ। ਰਾਜੇ ਨਾਲ ਗੰਢ ਦੇਣ ਲੈਣ ਤੇ ਪੈਂਦੀ, ਪੁੱਤਰਾਂ ਨਾਲ ਸੰਸਾਰ 'ਚ ਗੰਢ ਪੈਂਦੀ ਏ। ਸਿਫਤੀ ਗੰਢ ਪਵੇ ਦਰਬਾਰ। ਗੁਰੂ ਸਾਹਿਬ ਦੀਆਂ ਸਿਫਤਾਂ ਕਰਾਂਗੇ, ਬਾਣੀ ਕਰਾਂਗੇ, ਬਾਣੀ ਪੜਾਂਗੇ, ਦਸਵੰਧ ਕੱਢਾਂਗੇ। ਜੇ ਇਹ ਸਾਰੀਆਂ ਸਿਫਤਾਂ ਹੋਣਗੀਆਂ ਤੇ ਗੁਰੂ ਦਰਬਾਰ ਦੇ ਨਾਲ ਤੇਰੀ ਗੰਢ ਪੱਕੀ ਪਈ ਰਹੇਗੀ। ਸਿਫਤੀ ਗੰਢ ਪਵੇ ਦਰਬਾਰ। ਪੜ੍ਹਿਓ, ਸਿਫਤੀ ਗੰਢ ਪਵੇ ਦਰਬਾਰ, ਪੁੱਤੀ ਗੰਢ ਪਵੇ ਸੰਸਾਰ। ਗੁਰੂ ਸਾਹਿਬ ਨੇ ਇਹ ਸਾਰੀ ਇਹਦੇ 'ਚ ਸਮਾਧ ਦਿੱਤੀ ਕਿ ਸਾਡੀ ਪੱਕੀ ਗੰਢ ਕਿਸ ਤਰੀਕੇ ਪੈਂਦੀ। ਅਸੀਂ ਦ੍ਰਿੜ ਕਰ ਕਹੋ ਨਾਮ ਹਰ ਵਥ, ਪੱਕਾ ਪਕੜ ਕੇ ਰੱਖ ਪਰਮੇਸ਼ਰ ਦੇ ਨਾਮ ਨੂੰ, ਛੱਡ ਨਾ ਹੁੰਦੀ ਓਟ।
ਹਿਰਦੇ 'ਚ ਨਾਮ ਸੰਭਾਲ ਕੇ ਰੱਖ। ਹਾਂਜੀ ਪੜ੍ਹੋ ਜੀ। ਕਿਹਾ ਕੰਚਨ ਟੂਟੈ ਸਾਰ, ਸੋਨਾ ਟੁੱਟ ਜੇ, ਲੋਹਾ ਟੁੱਟ ਜੇ, ਕੋਈ ਵੀ ਟੁੱਟ ਜੇ, ਫਿਰ ਉਹਨੂੰ ਗੰਢਣ ਵਾਸਤੇ ਅਗਨੀ ਗੰਢ ਪਾਏ ਲੋਹਾ। ਕਾਂਸੀ ਦਾ, ਸੋਨੇ ਦਾ, ਤਾਂਬੇ ਦਾ, ਕੁਝ ਵੀ ਹੈ, ਉਹ ਜਾ ਕੇ ਲੋਹਾਰ ਦੇ ਕੋਲ ਦਿਆਂਗੇ, ਸੁਨਿਆਰ ਦੇ ਕੋਲ ਦਿਆਂਗੇ। ਉਹ ਅੱਗ ਦੇ ਨਾਲ ਢਾਲ ਕੇ ਉਸ ਚੀਜ਼ ਨੂੰ ਫਿਰ ਤੁਹਾਨੂੰ ਸਹੀ ਬਣਾ ਕੇ ਦੇ ਦੇਵੇਗਾ। ਇਸ ਕਰਕੇ ਅੱਗ ਦੇ ਨਾਲ ਲੋਹਾਰ ਗੰਢ ਪਾਉਂਦਾ ਹੈ ਅਤੇ ਉਸ ਟੁੱਟਿਆਂ ਨੂੰ ਗੰਢਦਾ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਕਹਿੰਦੇ ਜੇ ਪਤੀ ਪਤਨੀ ਦਾ ਨਾਤਾ ਟੁੱਟ ਜੇ ਤੇ ਕਈ ਵਾਰੀ ਆਪਾਂ ਕਹਿ ਦਿੰਦੇ ਇਹਦੇ ਤੋਂ ਬੱਚਾ ਨਹੀਂ, ਜਾਂ ਕਿਸ ਤਰ੍ਹਾਂ ਛੱਡ ਛੜਈਏ ਦੀ ਨੌਬਤ ਆ ਜਾਂਦੀ। ਕਹਿੰਦੇ ਉਸ ਸਮੇਂ ਜੇ ਪਰਮਾਤਮਾ ਪੁੱਤਰ ਦੀ ਦਾਤ ਦੇ ਦੇਵੇ ਤੇ ਉਹਨਾਂ ਦੇ ਘਰ ਦੀ ਫਿਰ ਸਾਰੀ ਗੰਢ ਪੈ ਜਾਂਦੀ ਏ। ਇਸ ਕਰਕੇ ਪੁੱਤਰ ਦੇ ਨਾਲ ਹੀ ਸੰਸਾਰ 'ਚ ਗੰਢ ਪੈਂਦੀ ਏ। ਪੁੱਤਰ ਤੋਂ ਬਗੈਰ ਕਹਿੰਦੇ ਨੇ ਪਤਨੀ ਦਾ, ਵਹੁਟੀ ਦਾ, ਇਸਤਰੀ ਦਾ ਮੁਕੀਮਤ ਨਹੀਂ ਪੈਂਦੀ। ਇਹਦੇ ਨਾਲ ਗੰਢ ਪੈਂਦੀ ਏ, ਪੁੱਤ ਦੇ ਨਾਲ ਸੰਸਾਰ 'ਚ ਗੰਢ ਪੈਂਦੀ। ਬੱਚੇ ਹੋ ਗਏ, ਬੰਨੇ ਗਏ, ਇੱਕ ਥਾਂ 'ਤੇ ਲੱਗ ਗਏ। ਨਹੀਂ ਤਾਂ ਜੇ ਦੋਨੋਂ ਪਤੀ ਪਤਨੀ ਹੋਣ, ਕਿੱਧਰ ਜਾਵੇ, ਕੋਈ ਕਿੱਧਰ ਨੂੰ ਤੁਰ ਜੇ, ਕਿਵੇਂ ਰੁੱਸ ਜੇ, ਕਿਵੇਂ ਕਰੇ। ਪਰ ਪੁੱਤਾਂ ਦੇ, ਬੱਚਿਆਂ ਦੇ ਘਰ ਮਾਂ ਬਾਪ ਦੀ ਗੰਢ ਪਈ ਰਹਿੰਦੀ ਸੰਸਾਰ ਦੇ ਨਾਲ। ਰਾਜਾ ਮੰਗੇ ਦਿੱਤੇ ਗੰਢ ਪਾਏ। ਕਹਿੰਦੇ ਮਹਾਰਾਜਿਆਂ ਦੇ ਕੋਲ ਜਦੋਂ ਕੋਈ ਦੇਵਾਂਗੇ, ਸਾਡਾ ਉਹਨਾਂ ਨੂੰ ਭੇਟ ਦਿਆਂਗੇ, ਫਿਰ ਉਹਨਾਂ ਨਾਲ ਸਾਡੀ ਚੰਗੀ ਬਣ ਜਾਵੇਗੀ, ਗੰਢ ਪੈ ਜਾਏਗੀ। ਅੱਜ ਜਿਹੜੇ ਲੋਕ ਬਣਾ ਕੇ ਰੱਖਦੇ ਉੱਪਰ ਰਾਜਿਆਂ ਨਾਲ, ਵਜ਼ੀਰਾਂ ਨਾਲ, ਉਹ ਆਪਣੀ ਗੰਢ ਪਾ ਕੇ ਰੱਖਦੇ ਆ, ਕੋਈ ਨਾ ਕੋਈ ਭੇਟ ਦਿੰਦੇ ਨੇ। ਭੁੱਖਿਆ ਗੰਢ ਪਵੇ ਜਾਂ ਖਾਏ। ਭੁੱਖੇ ਦੀ ਰੋਟੀ ਕੁਝ ਖਾਏਗਾ ਤਾਂ ਉਹਨੂੰ ਸਿਦਕ ਆਏਗਾ, ਉਹਦੀ ਗੰਢ ਪੈਂਦੀ ਏ ਕੁਝ ਖਾਣ ਦੇ ਨਾਲ ਭੁੱਖੇ ਦੀ। ਕਾਲਾ ਗੰਢ ਨਦੀਆ ਮਹਿ ਮੀਂਹ ਝੋ। ਜੇ ਕਾਲ ਪੈ ਜਾਏ ਫਿਰ ਮੀਂਹ ਦੇ ਨਾਲ, ਨਦੀਆਂ ਨਾਲ, ਪਾਣੀ ਨਾਲ ਇਹ ਕਾਲ ਜਾਂਦਾ ਹੈ। ਗੰਢ ਪ੍ਰੀਤੀ ਮਿੱਠੇ ਬੋਲ। ਜੇ ਤੁਸੀਂ ਕਿਸੇ ਨਾਲ ਗੰਢ ਪਾਉਣੀ ਹੈ, ਸਭ ਨਾਲ ਤੁਹਾਡੇ ਬੋਲ ਮਿੱਠੇ ਹੋਣੇ ਚਾਹੀਦੇ। ਜਦੋਂ ਤੁਸੀਂ ਕੌੜੇ ਬੋਲ ਬੋਲੇ, ਉਸ ਦਿਨ ਉਹਦੇ ਨਾਲ ਟੁੱਟ ਜਾਣਾ ਰਿਸ਼ਤਾ। ਉਸੇ ਦਿਨ ਹੀ ਸੱਜਣਾ ਮਿੱਤਰਾ, ਭੈਣਾਂ ਭਾਈਆਂ 'ਚ ਵਿਗਾੜ ਆ ਜਾਣਾ। ਇਹ ਜਿਹੜੀ ਗੰਢ ਹੈ, ਇਹਦੇ 'ਚ ਮਿੱਠੇ ਬੋਲ ਬੋਲੇ। ਬੇਦਾ ਗੰਢ ਬੋਲੇ ਸੱਚ ਕੋਏ। ਅੱਗੇ ਮੋਇਆ ਗੰਢ ਨੇ ਕੀ ਸਤ ਹੋਏ। ਵੇਦਾਂ ਸ਼ਾਸਤਰਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੰਢ ਤਾਂ ਪੈਂਦੀ ਏ, ਤੁਸੀਂ ਬਾਣੀ ਪੜ੍ਹੋਗੇ, ਦਰਸ਼ਨ ਕਰੋਗੇ, ਮੱਥਾ ਟੇਕੋਗੇ। ਇੱਥੇ ਵੇਦ ਕਿਹਾ ਹੈ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੇ। ਆਪਣੀ ਗੰਢ ਤਾਂ ਪੈਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੇ ਦਰਸ਼ਨ ਕਰਾਂਗੇ, ਸੇਵਾ ਕਰਾਂਗੇ, ਬਾਣੀ ਸੁਣਾਂਗੇ, ਬਾਣੀ ਤੇ ਚੱਲਾਂਗੇ। ਹਾਂਜੀ, ਮੋਹਿਆ ਗੰਢ। ਮੋਇਆ ਗੰਢ ਨੇ ਕੀ ਸਤ ਹੋਏ। ਮਰਿਆਂ ਤੋਂ ਬਾਅਦ ਨੇਕੀਆਂ, ਜਿਹੜੇ ਤੁਸੀਂ ਚੰਗੇ ਕੰਮ ਕੀਤੇ ਉਹੀ ਸੰਸਾਰ ਵਿੱਚ ਤੁਹਾਡੀ ਗੰਢ ਪਈ ਰਹਿਣੀ ਹੈ। ਜੇ ਜਿੰਨੇ ਵੀ ਚੰਗੇ ਕੰਮ ਕੀਤੇ, ਏਤ ਗੰਢ ਪਤ ਵਰਤੈ ਸੰਸਾਰ ਵਿੱਚ ਗੰਢ ਪਈ ਰਹਿੰਦੀ ਹੈ। ਮੂਰਖ ਗੰਢ ਪਵੈ ਮੋਹਿ ਮਾਰ। ਕਹਿੰਦੇ ਜੇ ਕੋਈ ਮੂਰਖ ਹੈ ਨਾ, ਨਹੀਂ ਸਮਝਦਾ, ਉਹਦੇ ਤਾਂ ਮੂੰਹ ਤੇ ਮਾਰੋ, ਤਾਂ ਤੁਹਾਡੀ ਉਹਦੇ ਨਾਲ ਬਣੀ ਰਹੇਗੀ। ਮੂਰਖਾਂ ਦੇ ਤੇ ਮੂੰਹ ਭੰਨਿਆ ਹੀ ਬਣਦੀ। ਕਹਿੰਦੇ ਜਿਹੜੇ ਮੂਰਖ ਨੇ, ਨਹੀਂ ਸਮਝਦੇ, ਉਹਨਾਂ ਦੇ ਤਾਂ ਅੱਗੋਂ ਉਹੋ ਜਿਹੇ ਬਣ ਕੇ, ਲੋਹੇ ਬਣ ਕੇ ਉਹਨਾਂ ਦੇ ਮੂੰਹ ਤੇ ਮਾਰੋ ਤੇ ਮੂਰਖ ਬਿਲਕੁਲ ਸਿੱਧਾ ਹੋ ਕੇ ਕੰਮ ਕਰਨ ਲੱਗ ਜਾਂਦਾ ਹੈ। ਕਹਿੰਦੇ ਮੂਰਖ ਤਾਂ ਮੂੰਹ ਤੇ ਖਾ ਕੇ ਸਿੱਧਾ ਹੁੰਦਾ ਹੈ। ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਗੁਰੂ ਸਾਹਿਬ ਕਹਿੰਦੇ ਮੈਂ ਇਹੀ ਵਿਚਾਰ ਕਹਿ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਸਿਫਤਾਂ ਨਾਲ ਗੰਢ ਪਏਗੀ ਗੁਰੂ ਦਰਬਾਰ ਦੇ ਨਾਲ। ਜੇ ਸਿਫਤ ਹੈ, ਤੁਸੀਂ ਨਾਮ ਜਪਦੇ ਜੇ, 2.5 ਘੰਟੇ ਦਾ ਨੇਮ ਕਰਦੇ ਜੇ, ਸਿਫਤ ਹੈਗੀ ਹੈ, ਤੁਸੀਂ ਦਸਵੰਧ ਕੱਢਦੇ ਜੇ, ਆਇਆ ਗਿਆ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਜੇ, ਕੀਰਤਨ ਸਤਸੰਗ ਕਰਦੇ ਜੇ, ਕਰਾਉਂਦੇ ਜੇ, ਜੇ ਤੁਸੀਂ ਇਹਨਾਂ ਗੰਢ ਨਾਲ, ਸਮਾਗਮਾਂ ਨਾਲ, ਗੁਰੂ ਸਾਹਿਬ ਦੀ ਸੇਵਾ ਨਾਲ ਜੁੜੇ ਜੇ, ਇਹ ਸਿਫਤਾਂ ਨੇ, ਤੇ ਫਿਰ ਭਾਈ ਤੁਹਾਡੀ
ਗੁਰੂ ਸਾਹਿਬ ਦੇ ਨਾਲ ਗੰਢ ਪਈ ਰਹੇਗੀ ਇਸ ਦਰਬਾਰ ਦੇ ਨਾਲ। ਜਿਹੜੇ ਸੰਗੀ ਮਹਾਂਪੁਰਖਾਂ ਦੇ ਬਣ ਜਾਂਦੇ ਆ ਉਹ ਜ਼ਿੰਦਗੀ ਭਰ ਆਪਣੀ ਨਿਭਾ ਦਿੰਦੇ ਆ। ਤੇ ਮਹਾਂਪੁਰਸ਼ ਵੀ ਕਹਿੰਦੇ ਉਹਨਾਂ ਨਾਲ ਜ਼ਿੰਦਗੀ ਕੀ, ਉਹਨਾਂ ਨਾਲ ਜਨਮ ਜਨਮ ਦਾ ਸਾਥ ਨਿਭਾਉਂਦੇ ਨੇ। ਤੇ ਦੁਨੀਆ ਜਿਹੜੀ ਹੈ ਉਹ ਛੱਡਦੀ ਹੈ, ਜਿਉਂਦਿਆਂ ਨੂੰ ਵੀ ਪੜ੍ਹ ਲਓ। ਸਾਧੂ ਮੋਇਆ ਤੋਂ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਿਉਂਦਿਆਂ ਨੂੰ। ਸਾਧੂ ਮੋਇਆ ਤੋਂ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਿਉਂਦਿਆਂ ਨੂੰ। ਸਿਫਤੀ ਗੰਢ ਪਵੇ ਦਰਬਾਰ, ਨਾਨਕ ਆਖੇ ਹੋ ਵਿਚਾਰ। ਸਾਧੂ ਸੰਤ ਮਹਾਂਪੁਰਸ਼ ਮਰਿਆਂ ਤੋਂ ਵੀ ਨਾਲ ਨਿਭਾਉਂਦੇ ਆ। ਗੁਰੂ ਸਾਹਿਬ ਸਾਡੀ ਲੋਕ ਵਿੱਚ ਪਰਲੋਕ 'ਚ ਵੀ ਬਾਂਹ ਫੜਦੇ ਆ। ਇੱਥੇ ਉੱਥੇ ਸਾਡੇ ਸਹਾਈ ਨੇ। ਇਸ ਕਰਕੇ ਭਾਈ ਨਿਤਨੇਮ ਆਪਣਾ ਕਰਨਾ ਹੈ, ਸੰਗਤ ਕਰਨੀ ਹੈ, ਗੁਰੂ ਚਰਨਾਂ ਨਾਲ ਜੁੜੇ ਰਹਿਣਾ ਹੈ, ਗੰਢ ਪਈ ਰਹੇ। ਇੱਕ ਸੰਗੀਆਂ ਦੇ ਬਾਬਾ ਜੀ ਬੜੇ ਪ੍ਰਸੰਨ ਹੋਏ, ਬਹੁਤ ਪ੍ਰਸੰਨ ਹੋਏ, ਬਹੁਤ ਉਹਨਾਂ ਸੇਵਾ ਕੀਤੀ, ਬੜੀ ਸੇਵਾ ਕੀਤੀ। ਤੇ ਬਾਬਾ ਜੀ ਨੇ ਉਹਨਾਂ ਨੂੰ ਵਰ ਕੀ ਦਿੱਤਾ ਕਿ ਭਾਈ, ਕਹਿੰਦੇ ਵੀ ਅਸੀਂ ਕੁਝ ਮੰਗਣਾ ਤੁਹਾਡੇ ਤੋਂ। ਕਹਿੰਦੇ ਜੀ ਅਸੀਂ ਬੜੇ ਪ੍ਰਸੰਨ ਹਾਂ, ਤੁਸੀਂ ਦਰਸ਼ਨ ਦਿੱਤੇ, ਸਾਰੇ ਕਾਜ ਕੀਤੇ ਸਾਡੇ, ਅਸੀਂ ਬਹੁਤ ਪ੍ਰਸੰਨ ਹਾਂ ਤੁਹਾਡੇ ਤੇ। ਬਾਬਾ ਜੀ ਕਹਿੰਦੇ ਫਿਰ ਤੁਸੀਂ ਪ੍ਰਸੰਨ ਜੀ ਤੇ ਸਾਨੂੰ ਦਿਓਗੇ ਕੋਈ? ਕਹਿੰਦੇ ਬਾਬਾ ਜੀ ਜੋ ਕਹੋ ਤੁਹਾਡੇ ਭੇਟ ਹੈ। ਕਹਿੰਦੇ ਦਿਓਗੇ? ਕਹਿੰਦੇ ਜੀ ਹਾਂ। ਬਾਬਾ ਜੀ ਕਹਿੰਦੇ ਅਸੀਂ ਤੁਹਾਡੇ ਤੋਂ ਇਹ ਮੰਗਦੇ ਹਾਂ ਕਿ ਇਹ ਦਰ ਨਾ ਛੱਡਿਓ। ਆਖੋ ਸ੍ਰੀ ਨਾਨਕ ਸਾਹਿਬ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਜੋੜ ਕੇ ਕਹਿਣ ਲੱਗੇ ਭਾਈ ਇਸ ਤੁਹਾਡੇ ਤੋਂ ਅਸੀਂ ਇਹ ਮੰਗਦੇ, ਜੇ ਤੁਸੀਂ ਖੁਸ਼ ਜੇ ਪੂਰੇ ਤੇ ਫਿਰ ਅਸੀਂ ਤੁਹਾਡੇ ਤੋਂ ਮੰਗਦੇ ਹਾਂ। ਤੁਸੀਂ ਸਭ ਕੁਝ ਮੰਗਿਆ, ਮਿਲਿਆ ਨਾ? ਕਹਿੰਦੇ ਜੀ ਮਿਲਿਆ। ਕਹਿੰਦੇ ਅਸੀਂ ਹੁਣ ਤੁਹਾਡੇ ਤੋਂ ਮੰਗਦੇ ਆ ਕਿ ਇਹ ਦਰ ਨਾ ਛੱਡਿਓ। ਆਖੋ ਸ੍ਰੀ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਜ਼ਿੰਦਗੀ 'ਚ ਕੋਈ ਵੀ ਰੁਕਾਵਟ ਆਵੇ, ਕੋਈ ਬੰਦਾ ਕੋਈ ਮੱਤ ਦੇਵੇ, ਬੜੇ ਬੜੇ ਸਿਆਣੇ, ਬੜੇ ਬੜੇ ਲੋਕ ਚਲਾਕ, ਬੜੇ ਬੜੇ ਕਰਨ ਵਾਲੇ ਹੁੰਦੇ ਨੇ। ਇਸ ਕਰਕੇ ਕਹਿੰਦੇ ਬਾਬਾ ਜੀ ਕਹਿੰਦੇ ਤੂੰ ਦਰ ਦੇ ਨਾਲੋਂ ਨਹੀਂ ਟੁੱਟਣਾ, ਦਰ ਨਾਲ ਜੁੜੇ ਰਹਿਣਾ। ਸਾਰੇ ਕੰਮ ਗੁਰੂਆਂ ਨੇ ਤੇਰੇ ਪਿੱਛੇ ਵੀ ਕੀਤੇ ਆ, ਹੁਣ ਵੀ ਕਰਨਗੇ, ਅੱਗੇ ਵੀ ਕਰਨਗੇ। ਇਸ ਘਰ ਵਿੱਚ ਹਰ ਕੰਮ ਦੇ ਵਿੱਚ ਦੇਰ ਤਾਂ ਹੈ ਪਰ ਅੰਧੇਰ ਨਹੀਂ। ਦੇਰ ਵਾਲੇ ਕੰਮ ਨੂੰ ਦੇਰ ਤੱਕ ਉਡੀਕਣਾ ਪੈਂਦਾ ਹੈ, ਫਿਰ ਉਹ ਕੰਮ ਹੁੰਦਾ ਹੈ। ਕੋਈ ਵੀ ਕੰਮ ਕਰੋ, ਹਰ ਕੰਮ ਦਾ ਸਮਾਂ ਹੈ। ਵੀ ਇੰਨਾ ਸਮਾਂ ਲੱਗੇਗਾ, ਰੋਟੀ ਬਣਾਉਣੀ ਹੈ ਕਹੋ ਵੀ ਮੈਂ ਹੁਣੀ ਖਾਣੀ, ਨਹੀਂ ਗੱਲ ਬਣਨੀ। ਦਾਲ ਸਬਜ਼ੀ ਮੈਂ ਹੁਣੀ, ਕਿਸੇ ਥਾਂ 'ਤੇ ਤੁਹਾਡੀ ਕੋਈ ਵੀ ਕੰਮ ਕਰਨਾ, ਜ਼ਿਮੀਂਦਾਰ ਨੇ ਫਸਲ ਬੀਜੀ ਹੈ ਉਦੋਂ ਹੀ ਵੱਢ ਲੇਗਾ। ਹੁਣ 6 ਮਹੀਨੇ ਦੇਰ ਨਾਲ ਡਿੱਕੇਗਾ। ਫਲ ਲਾਏ ਨੇ, ਫਲਾਂ ਦੇ ਬਾਗ ਲਾਏ ਆ, 2 4 5 ਸਾਲ ਦੇਰ ਹੈ ਤਾਂ ਤੈਨੂੰ ਫਲ ਮਿਲਣੇ ਆ। ਫਲ ਬਾਗ ਲਾਉਂਦੇ ਹੀ ਤੇਰੀ ਝੋਲੀ 'ਚ ਫਲ ਨਹੀਂ ਪਏ ਜਾਣੇ। ਹਰ ਬੂਟੇ ਦੇ ਹਰ ਕੰਮ ਦੇ ਵਿੱਚ ਕੋਈ ਦੇਰ ਜ਼ਰੂਰ ਹੈ ਪਰ ਹਨੇਰ ਨਹੀਂ ਕਿ ਤੈਨੂੰ ਮਿਲੇਗਾ ਨਹੀਂ। ਗੁਰੂ ਘਰ ਵਿੱਚ ਦੁਨੀਆ 'ਚ ਹੋ ਸਕਦਾ ਹੈ ਕਿਸੇ ਨੇ ਕੰਮ ਕੀਤਾ ਉਹਦਾ ਫਲ ਮਿਲੇ ਨਾ ਮਿਲੇ, ਕਿਸੇ ਨੇ ਫਸਲ ਬੀਜੀ ਉਹਨੂੰ ਫਲ ਲੱਗੇ ਨਾ ਲੱਗੇ, ਤਬਾਹ ਹੋ ਜੇ। ਬਾਗ ਲਾਇਆ ਫਲ ਲੱਗਣ ਨਾ ਲੱਗਣ ਹੋ ਸਕਦਾ ਹੈ, ਪਰ ਗੁਰੂ ਨਾਨਕ ਦੇ ਘਰ ਇਹ ਨਹੀਂ ਹੋ ਸਕਦਾ ਕਿ ਤੈਨੂੰ ਕੁਝ ਮਿਲੇ ਨਾ। ਦੇਰ ਤਾਂ ਜ਼ਰੂਰ ਹੈ ਪਰ ਹਨੇਰ ਨਹੀਂ, ਇੱਥੇ ਅੰਧੇਰ ਨਹੀਂ। ਸਬਰਾਂ ਦੇ ਫਲ, ਸਿਦਕ ਦੇ ਫਲ ਸਾਰੇ ਹੀ ਮਿੱਠੇ ਹੁੰਦੇ ਆ। ਜਿਹੜਾ ਜੀਵ ਜੁੜਿਆ ਏ ਤੇ ਜੁੜਿਆ ਰਵੇ, ਦਰਬਾਰ ਨਾ ਛੱਡੇ, ਸਿਫਤੀ ਗੰਢ ਪਵੇ ਦਰਬਾਰ। ਭੁੱਲ ਚੁੱਕ ਦੀ ਖਿਮਾ। ਹੁਣ ਹੁਕਮਨਾਮਾ ਸਰਵਣ ਕਰੋ, ਉਸ ਤੋਂ ਉਪਰੰਤ ਫਿਰ ਸੁਖਮਨੀ ਸਾਹਿਬ ਦੇ ਪਾਠ
ਆਸਾ ਜੀ ਦੇ ਵਾਰ ਦਾ ਕੀਰਤਨ। ਪੱਪੂ ਜੀ ਨਾਮ ਪ੍ਰਵਿੰਦਰ ਸਿੰਘ ਕੀ ਜੀ? ਹਾਂ, ਹਰਵਿੰਦਰ ਸਿੰਘ ਜੀ। ਇਹ ਬਾਬਾ ਜੀ ਦੇ ਘਰ ਦੇ ਬਹੁਤ ਨੇੜੇ ਵਾਲੇ ਨੇ। ਰੋਜ਼ ਰਾਤ ਨੂੰ 10 ਵਜੇ ਤਾਈਂ ਕੀਰਤਨ ਕਰਨਗੇ। ਸੰਗਤਾਂ ਨੇ ਆਉਣਾ ਸ਼ਾਮ ਨੂੰ, ਸਵੇਰੇ ਵੀ 4:30 ਤੋਂ 6:30 ਵਜੇ ਤਾਈਂ ਕਰਨਗੇ 2 ਘੰਟੇ। ਆਸਾ ਦੀ ਵਾਰ ਦੇ ਕੀਰਤਨ 2 ਘੰਟੇ ਰਾਤ ਨੂੰ 8 ਤੋਂ 10 ਵਜੇ ਤਾਈਂ ਕਰਨਗੇ। ਉਸ ਤੋਂ ਬਾਅਦ ਸਾਰੀ ਸੰਗਤ ਨੇ ਹਾਜ਼ਰੀਆਂ ਭਰਨੀਆਂ। ਜਿੰਨੇ ਦਿਨ ਸਤਸੰਗ ਕਰੋ। ਸਤਸੰਗ ਦੀ ਵਡਿਆਈ ਹੈ, ਸਤਸੰਗ ਦਾ ਫਲ ਜ਼ਿਆਦਾ ਵੱਡਾ ਹੈ। ਇਸ ਕਰਕੇ ਸਾਰੀ ਰਾਤ ਕੀਰਤਨ ਦਰਬਾਰ ਹੁੰਦਾ ਹੈ ਕਿ ਕੋਈ ਸ਼ਬਦ ਪੜ੍ਹੇ, ਕੋਈ ਬੈਠੇ, ਕੋਈ ਸੁਣ ਲੇ। ਗੁਰੂ ਸਾਹਿਬ ਦੀ ਬਾਣੀ ਦਾ ਪ੍ਰਤਾਪ ਚੱਲੀ ਜਾਂਦਾ ਹੈ। ਸਾਰੇ ਜੀਵ ਦੇ ਕਾਰਜ ਹੋਈ ਜਾਂਦੇ ਆ। ਅੱਜ ਰਹਿਣ ਸਬਾਈ ਪੂਰੀ ਹੈ। ਸਵੇਰੇ ਸਮਾਪਤੀ ਹੋਏਗੀ, ਦਿਨ ਚੜ੍ਹੇ। ਤੇ ਹੁਣ ਪਾਠ ਹੋਣਗੇ ਸਾਧ ਸੰਗਤ ਜੀ ਸੁਖਮਣੀ ਦੇ। ਧੰਨ ਗੁਰੂ ਨਾਨਕ। ਹਰਿ ਜਸ ਹਰਿ ਜਸ ਗਾਇਓ ਸੰਤ ਜਨਾ ਮਿਲ ਹਰਿ ਜਸ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।